ਸ੍ਰੀ ਗੁਰੂ ਭਗਵੈਂ ਕਥੀ ਰਕਾਲ ਮਨ ਦਾਨੋ ਟਿਕ ਕੀਨ ਮੋਹ ਜਿਤ ਪੜ ਪਿਟ ਤਨੈ ਰਾਖੈਂਗੇ ਰਖ ਦੀਨ ਦੁਹਰਾ ਸ੍ਰੀ ਗੁਰੂ ਭਗਵੈਂ ਕੀ ਰਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਪ੍ਰੀਤਵਾਨ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੋਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤਿਗੁਰੂ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸਤਿਗੁਰੂ ਜੀ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਨੇ ਹੋਰ ਮਿਹਰ ਕੀਤੀ ਹੈ, ਸੰਧਿਆ ਦੇ ਸਜੇ ਹੋਏ ਦੀਵਾਨ ਵਿੱਚ ਰੱਬੀ ਬਾਣੀ ਦੇ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਨ ਦਾ ਮੌਕਾ ਮਿਲਿਆ। ਉਪਰੰਤ ਸਤਿਗੁਰੂ ਜੀ ਦੇ ਇਸ ਅਸਥਾਨ ਦੇ ਉੱਤੇ ਨਿਤ ਕਰਮ ਦੇ ਮੁਤਾਬਕ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਜੀਵਨ ਜੋ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਸੁੰਦਰ ਛੰਦਾਬੰਦੀ ਕਾਵ ਦੇ ਨਿਯਮਾਂ ਦੇ ਵਿੱਚ ਬਣਾ ਕੇ ਖਾਲਸਾ ਪੰਥ ਦੇ ਸਨਮੁਖ ਇਹ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਨਾਮ ਦਾ ਗ੍ਰੰਥ ਪੇਸ਼ ਕੀਤਾ ਹੈ, ਖਾਲਸਾ ਪੰਥ ਨੂੰ ਭੇਟ ਕੀਤਾ ਹੈ। ਤੇ ਇਸ ਦੇ ਵਿੱਚੋਂ ਲੜੀਵਾਰ ਸਤਿਗੁਰੂ ਜੀ ਦਾ ਪਵਿੱਤਰ ਜੀਵਨ ਸਰਵਣ ਕਰਦੇ ਹੋਇਆਂ ਆਪਾਂ ਪਿੱਛੇ ਸਰਵਣ ਕੀਤਾ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਮੋਦੀ ਖਾਨੇ ਦਾ ਗੁਰੂ ਪਾਤਸ਼ਾਹ ਜੀ ਨੇ ਤਿਆਗ ਕਰ ਦਿੱਤਾ। ਸਾਧੂ ਫਕੀਰਾਂ ਵਾਲਾ ਭੇਖ ਧਾਰਨ ਕਰ ਲਿਆ, ਭਗਵੇ ਰੰਗ ਦੀ ਖਪਣੀ ਪਹਿਨ ਲਈ ਔਰ ਘਰ-ਬਾਰ ਨੂੰ ਤਿਆਗ ਕੇ, ਕੰਮਕਾਰ ਨੂੰ ਤਿਆਗ ਕੇ, ਪਰਿਵਾਰ ਨੂੰ ਤਿਆਗ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਿਆਨ ਜੰਗਲ ਬੀਆਬਾਨਾਂ ਮੜੀਆਂ ਮਸਾਣਾਂ ਦੇ ਵਿੱਚ ਜਾ ਬੈਠੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਸਹੁਰੇ ਭਾਈ ਮੂਲੇ ਨੂੰ ਤੇ ਉਹਨਾਂ ਦੀ ਸੱਸ ਚੰਦੋ ਰਾਣੀ ਨੂੰ ਪਤਾ ਲੱਗਾ ਤਾਂ ਉਹ ਸੁਲਤਾਨਪੁਰ ਆਏ। ਆ ਕੇ ਭੈਣ ਨਾਨਕੀ ਨੂੰ ਭਾਈ ਜੈ ਰਾਮ ਨੂੰ ਬੜੇ ਉਲਾਂਭੇ ਦਿੱਤੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਣ ਹਿੱਤ ਵੀ ਮਹਿਤਾ ਕਾਲੂ ਜੀ ਗਏ, ਪਰ ਸਤਿਗੁਰੂ ਜੀ ਅੱਗੋਂ ਕੁਝ ਨਾ ਬੋਲੇ, ਚੁੱਪ ਕਰੇ ਰਹੇ। ਉਪਰੰਤ ਸਤਿਗੁਰੂ ਜੀ ਨਗਰ ਦੇ ਬਾਹਰ ਜਾ ਕੇ ਉਦਿਆਨ ਜੰਗਲ ਬੀਆਬਾਨ ਦੇ ਵਿੱਚ ਸਤਿਗੁਰੂ ਜੀ ਸਥਿਤ ਹੋ ਗਏ, ਵਿਰਾਜ ਗਏ। ਇੱਧਰ ਗੁੱਸੇ ਵਿੱਚ ਆ ਕੇ ਭਾਈ ਮੂਲੇ ਨੇ ਤੇ ਬੀਬੀ ਚੰਦੋ ਰਾਣੀ ਨੇ ਆਪਣੀ ਪੁੱਤਰੀ ਸੁਲੱਖਣੀ, ਬੀਬੀ ਸੁਲੱਖਣੀ ਜੀ ਸਤਿਗੁਰੂ ਜੀ ਦੇ ਮਹਿਲ, ਉਹਨਾਂ ਨੂੰ ਦੋਵੇਂ ਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦੇ ਸਹਿਤ ਤਿਆਰ ਕਰ ਲਿਆ ਕਿ ਹੁਣ ਤੋਂ ਤੁਸੀਂ ਸਾਡੇ ਨਾਲ ਬਟਾਲੇ ਵਿਖੇ ਹੀ ਰਹਿਣਾ ਹੈ, ਕਿਉਂਕਿ ਇੱਥੇ ਹੁਣ ਤੁਹਾਡਾ ਕੋਈ ਆਸਰਾ ਨਹੀਂ। ਇਹਨਾਂ ਬੱਚਿਆਂ ਦਾ ਪਿਤਾ, ਸਾਡੀ ਧੀ ਦਾ ਪਤੀ, ਸਾਡਾ ਜਵਾਈ ਗੁਰੂ ਨਾਨਕ ਉਹ ਤਾਂ ਸਾਧ ਹੋ ਚੁੱਕਿਆ, ਫਕੀਰ ਹੋ ਚੁੱਕਿਆ। ਇਹ ਸੋਚ ਕੇ ਸਾਰੇ ਪਰਿਵਾਰ ਨੂੰ ਸਤਿਗੁਰੂ ਸਾਹਿਬ ਜੀ ਦੇ ਨੂੰ ਨਾਲ ਲਿਜਾਣ ਵਾਸਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਸਤਿਗੁਰੂ ਜੀ ਦੀ ਧਰਮ ਪਤਨੀ ਬੀਬੀ ਸੁਲੱਖਣੀ ਨੂੰ ਜਿਸ ਵੇਲੇ ਤਿਆਰ ਹੋਏ, ਭੈਣ ਨਾਨਕੀ ਤੇ ਭਾਈ ਜੈ ਰਾਮ ਜੀ ਨੇ ਹੋਰ ਨਗਰ ਦੇ ਵਸਿੰਦਿਆਂ ਨੇ ਰੋਕਣ ਦਾ ਯਤਨ ਕੀਤਾ, ਪਰ ਇਹਨਾਂ ਨੇ ਇੱਕ ਨਾ ਮੰਨੀ। ਇਹ ਵੀ ਆਖਿਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਇਹਨਾਂ ਦਾ ਰਹਿਣਾ ਠੀਕ ਨਹੀਂ, ਮੁਨਾਸਿਬ ਤੁਸੀਂ ਨਹੀਂ ਸਮਝਦੇ, ਤਾਂ ਇਹਨਾਂ ਨੂੰ ਰਾਏ ਭੋਏ ਦੀ ਤਲਵੰਡੀ ਇਹਨਾਂ ਦੇ ਸੱਸ ਸਹੁਰੇ ਦੇ ਕੋਲ ਛੱਡ ਆਉਂਦੇ ਆ ਅਤੇ ਉੱਥੇ ਆਪਣੇ ਪੋਤਰਿਆਂ ਦੀ ਆਪੇ ਪ੍ਰਤਪਾਲਣਾ ਮੇਰੇ ਮਾਂ-ਬਾਪ ਕਰ ਲੈਣਗੇ। ਭੈਣ ਨਾਨਕੀ ਨੇ ਬਹੁਤ ਸਮਝਾਇਆ, ਪਰ ਇਹ ਨਾ ਮੰਨੇ ਕਿ ਅਸੀਂ ਇਹਨਾਂ ਨੂੰ ਲੈ ਕੇ ਚਲੇ ਜਾਣਾ ਹੈ। ਤਾਂ ਫਿਰ ਬਹੁਤ ਕਹਿਣ ਦੇ ਉੱਤੇ ਬਾਬਾ ਸ਼੍ਰੀ ਚੰਦ ਜੀ ਨੂੰ ਭੈਣ ਨਾਨਕੀ ਦੇ ਕੋਲ ਛੱਡ ਕੇ ਜਾਣ ਦੇ ਲਈ ਤਿਆਰ ਹੋਏ ਹੈ। ਉਹਨਾਂ ਨੂੰ ਛੱਡ ਗਏ। ਬਾਬਾ ਲਖਮੀ ਦਾਸ ਛੋਟੀ ਉਮਰ ਹੈ, ਸਤਿਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਮਾਤਾ ਸੁਲੱਖਣੀ ਨੇ ਗੋਦ ਲਿਆ, ਆਪਣੇ ਮਾਤਾ ਪਿਤਾ ਦੇ ਨਾਲ
ਆਪਣੇ ਪੇਕੇ ਨਗਰ ਬਟਾਲੇ ਵਿਖੇ ਜਾ ਕੇ ਰਹਿਣ ਲੱਗ ਪਏ। ਇੱਧਰ ਜਦੋਂ ਇਹ ਸਾਰੇ ਘਟਨਾਕ੍ਰਮ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਫਕੀਰ ਹੋ ਜਾਣ ਦਾ, ਮੋਦੀਖਾਨਾ ਲਟਾਉਣ ਦਾ ਇਹ ਸੁਨੇਹਾ ਰਾਏ ਭੋਏ ਦੀ ਤਲਵੰਡੀ ਵਿਖੇ ਪਹੁੰਚਿਆ। ਉੱਥੇ ਕਿਸੇ ਵਿਅਕਤੀ ਦੇ ਰਾਹੀਂ ਪਿਤਾ ਮਹਿਤਾ ਕਾਲੂ ਜੀ ਨੂੰ ਪਤਾ ਲੱਗਿਆ। ਉਹ ਬਹੁਤ ਚਿੰਤਾਤੁਰ ਹੋਏ ਔਰ ਭਾਈ ਮਰਦਾਨੇ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁਧ ਲੈਣ ਵਾਸਤੇ, ਖਬਰ ਲੈਣ ਵਾਸਤੇ ਜਿਵੇਂ ਭੇਜਦੇ ਆ, ਉਹ ਪ੍ਰਸੰਗ ਅੱਜ ਆ ਰਿਹਾ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਭਗਵੈਂ ਪੀਰ ਕਾ। ਕਵੀ ਭਾਈ ਸੰਤੋਖ ਸਿੰਘ ਜੀ ਜਿਵੇਂ ਹਰ ਅਧਿਆਏ ਦੀ ਆਰੰਭਤਾ ਦੇ ਉੱਤੇ ਸਤਿਗੁਰੂ ਸਾਹਿਬਾਨ ਜੀ ਦਾ ਸ਼ੁਭ ਮੰਗਲਾਚਰਨ ਕਰਦੇ ਹਨ ਤਾਂ ਕਿ ਅਧਿਆਏ ਦੀ ਸੰਪੂਰਨਤਾ ਨਿਰਵਿਘਨਤਾ ਸਹਿਤ ਹੋ ਜਾਏ। ਸੋ ਇੱਥੇ ਵੀ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ ਕਵੀ ਜੀ ਨੇ ਮੰਗਲਾਚਰਨ ਉਚਾਰਨ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੱਗ ਕਹੀਏ ਚਰਨ ਇਹ ਕਿੱਲੀ ਦੀ ਤਰ੍ਹਾਂ ਹਨ। ਜਿਵੇਂ ਚੱਕੀ ਦੇ ਵਿੱਚ ਸਾਧ ਸੰਗਤ ਜੀ ਪੁੜ ਹੁੰਦੇ ਆ ਅਤੇ ਪੁੜਾਂ ਨੂੰ ਖੜਾਉਣ ਵਾਸਤੇ ਕਿੱਲੀ ਹੁੰਦੀ ਆ ਨਾ ਵਿਚਕਾਰ, ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਚੱਕੀ ਦੇ ਪੁੜਾਂ ਨੂੰ ਕਿੱਲੀ ਖੜਾ ਕੇ ਰੱਖਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਮੇਰੇ ਮਨ ਨੂੰ ਖੜਾਉਣ ਵਾਸਤੇ ਕਿੱਲੀ ਦੇ ਸਮਾਨ ਹਨ। ਮਨ ਦਾਨੋ ਢਿਲ ਕੀਨ। ਔਰ ਜਿਵੇਂ ਚੱਕੀ ਦੇ ਵਿੱਚ ਦੋਵੇਂ ਪੁੜਾਂ ਦੇ ਵਿਚਕਾਰ ਉਹ ਕਿੱਲੀ ਦੇ ਕੋਲ ਗੱਲਾ ਪਾਇਆ ਜਾਂਦਾ, ਦਾਣੇ ਪਾਏ ਜਾਂਦੇ ਆ ਅਤੇ ਫਿਰ ਉਹਨਾਂ ਨੂੰ ਪੀਸਿਆ ਜਾਂਦਾ। ਦੋਵੇਂ ਪੁੜਾਂ ਦੇ ਵਿੱਚ ਜਿਹੜੇ ਦਾਣੇ ਆ ਜਾਂਦੇ ਆ ਉਹ ਪਿਸ ਕੇ ਆਟਾ ਬਣ ਜਾਂਦੇ ਆ, ਪਾਊਡਰ ਬਣ ਜਾਂਦਾ ਉਹਨਾਂ ਦਾ। ਪਰ ਕੁਝ ਕੁ ਜਿਹੜੇ ਦਾਣੇ ਉਹ ਕਿੱਲੀ ਦੇ ਨਾਲ ਲੱਗੇ ਰਹਿ ਜਾਂਦੇ ਆ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ, ਉਹ ਉਸੇ ਤਰੀਕੇ ਸਾਬਤ ਬਚ ਜਾਂਦੇ ਆ। ਸੋ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਮੇਰਾ ਮਨ ਇਹ ਦਾਣਿਆਂ ਦੀ ਤਰ੍ਹਾਂ ਹੈ। ਜਿਵੇਂ ਚੱਕੀ ਦੀ ਕਿੱਲੀ ਦੇ ਨਾਲ ਲੱਗਿਆ ਹੋਇਆ ਦਾਣਾ ਬਚ ਜਾਂਦਾ ਹੈ। ਮਨ ਦਾਨੋ ਢਿਗ ਕੀਨ, ਮਨ ਰੂਪੀ ਜਿਹੜਾ ਦਾਣਾ ਹੈ ਉਹ ਮੈਂ ਸਤਿਗੁਰੂ ਜੀ ਦੇ ਚਰਨਾਂ ਰੂਪੀ ਕਿੱਲੀ ਦੇ ਨਾਲ ਲਾਇਆ ਹੋਇਆ ਹੈ। ਮੋਹਾਦਿਕ ਪਟ ਪਿਟਤਨ ਹੈ। ਜਿਸ ਕਰਕੇ ਚੱਕੀ ਦੇ ਜਿਹੜੇ ਦੋਵੇਂ ਪੁੜ ਹੈ ਉਹ ਜਦੋਂ ਭਿੜਦੇ ਆ ਆਪਸ ਵਿੱਚ ਰਗੜੇ ਜਾਂਦੇ ਆ ਅਤੇ ਪਾਊਡਰ ਬਣਾ ਦਿੰਦੇ ਆ, ਆਟਾ ਬਣਾ ਦਿੰਦੇ ਹਨ ਅਨਾਜ ਦਾ, ਦਾਣੇ ਦਾ। ਜਿਹੜੇ ਕਿੱਲੀ ਨਾਲ ਦਾਣੇ ਲੱਗੇ ਉਹ ਬਚ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜਿਹੜਾ ਮੇਰਾ ਮਨ ਦਾਣਾ ਰੂਪ ਲੱਗਿਆ ਹੋਇਆ ਹੈ, ਸੋ ਮੋਹ ਆਦਿਕ, ਕਾਮ ਕ੍ਰੋਧ ਲੋਭ ਮੋਹ ਆਦਿਕ ਜਿਹੜੇ ਇਹ ਪੁੜ ਹੈ ਚੱਕੀ ਦੇ, ਸੋ ਇਹ ਕਹਿੰਦੇ ਆਪਸ ਵਿੱਚ ਭਿੜਦੇ ਨਹੀਂ। ਮੈਂ ਇਹਨਾਂ ਦੇ ਮੇਰਾ ਮਨ ਰੂਪੀ ਜਿਹੜਾ ਦਾਣਾ ਇਹਨਾਂ ਦੇ ਵਿੱਚ ਨਹੀਂ ਆਉਂਦਾ। ਰਾਖਾਂਗੇ ਲਖ ਦੀਨ। ਇਹ ਸਤਿਗੁਰੂ ਜੀ ਦੇ ਚਰਨਾਂ ਉੱਤੇ ਮੈਨੂੰ ਪੂਰਨ ਭਰੋਸਾ ਹੈ ਕਿ ਮੈਨੂੰ ਦੀਨ ਜਾਣ ਕੇ, ਨਿਮਾਣਾ ਜਾਣ ਕੇ, ਗਰੀਬ ਜਾਣ ਕੇ, ਨਿਮਰਤਾਵਾਨ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੱਖ ਲੈਣਗੇ, ਮੇਰੀ ਰੱਖਿਆ ਕਰਨਗੇ। ਸ੍ਰੀ ਬਾਲਾ ਸੰਤੋਖ ਵਾਚ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਮੇਸ਼ਾ ਸਾਥੀ ਰਿਹਾ ਭਾਈ ਬਾਲਾ। ਬਚਪਨ ਤੋਂ ਲੈ ਕੇ ਜਿੰਨੀਆਂ ਜੀਵਨ ਯਾਤਰਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਦਾਸੀਆਂ ਸੰਗਤਾਂ ਨੂੰ ਤਾਰਨ ਹਿਤ ਕੀਤੀਆਂ, ਹਮੇਸ਼ਾ ਨਾਲ ਰਿਹਾ। ਉਸ ਭਾਈ ਬਾਲਾ ਸੰਧੂ ਜੀ ਦੇ ਕੋਲੋਂ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਬੈਠੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੀਵਾ ਜੀ ਇਤਿਆਦਿਕ ਗੁਰੂ ਕੇ ਸਿੱਖ ਕਥਾ ਸੁਣ ਰਹੇ ਆ। ਭਾਈ ਪੈੜਾ ਮੁਖਾ ਲਿਖਣ ਦੀ ਸੇਵਾ ਨਿਭਾ ਰਹੇ ਹਨ। ਸੋ ਭਾਈ ਬਾਲਾ ਸੰਧੂ ਜੀ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਜਿਵੇਂ ਇਤਿਹਾਸ ਸੁਣਾ ਰਹੇ ਹਨ, ਸੁਣੀਏ। ਕਹੋ ਭਈ ਬਾਲਾ ਪੈ ਸੁਨੋ ਸ੍ਰੀ ਅੰਗਦ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਸੁਣੋ। ਸ੍ਰੀ ਗੁਰ ਕਥਾ ਦੇ ਸੁਖ ਸੰਪਦ। ਸਤਿਗੁਰੂ ਨਾਨਕ ਦੇਵ ਮਹਾਰਾਜ ਸ਼ੋਭਾ ਵਾਲੇ ਸਤਿਗੁਰੂ ਜੀ ਦੀ ਜਿਹੜੀ ਕਥਾ ਹੈ, ਜਿਹੜੀ ਸੁਖ ਬਖਸ਼ਣ ਵਾਲੀ ਹੈ ਅਤੇ ਸੰਪਦ ਜਿਹੜੀ ਚੰਗੇ ਦੈਵੀ ਗੁਣ ਹੈ ਉਹਨਾਂ ਦੀ ਬਖਸ਼ਿਸ਼ ਕਰਨ ਵਾਲੀ ਹੈ। ਇੱਕ ਤਾਂ ਹੁੰਦੇ ਆ ਦੈਵੀ ਗੁਣ, ਦੈਵੀ ਸੰਪਦਾ ਉਹਨਾਂ ਨੂੰ ਆਖਿਆ ਜਾਂਦਾ, ਜਿਵੇਂ ਖਿਮਾ, ਅਹਿੰਸਾ, ਸਤ ਬਚਨ ਦਾ ਅਧਿਕਾਰੀ ਹੋਣਾ, ਦਇਆ ਹੋਣੀ, ਮਨ ਦੇ ਵਿੱਚ ਸ਼ੁਭ ਗੁਣ ਆ ਜਿਹੜੇ, ਇਹਨਾਂ ਨੂੰ ਦੈਵੀ ਸੰਪਦਾ ਆਖਿਆ ਜਾਂਦਾ ਹੈ। ਦੇਵਤਿਆਂ ਵਾਲਾ ਧਨ ਪਦਾਰਥ, ਦੇਵਤਿਆਂ ਵਾਲੇ ਗੁਣ। ਔਰ ਇੱਕ ਹੁੰਦੀ ਆ ਆਸੁਰੀ ਸੰਪਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜਾ ਇਹਨੂੰ ਦੈਂਤਾਂ ਵਾਲੀ ਜਾਂ ਆਸੁਰਾਂ ਵਾਲੀ ਸੰਪਦਾ ਆਖਿਆ ਜਾਂਦਾ ਹੈ। ਕਵੀ ਜੀ ਕਹਿ ਰਹੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਹਰ ਪ੍ਰਕਾਰ ਦੇ ਸੁੱਖ ਬਖਸ਼ਣ ਵਾਲੀ ਹੈ
ਤੇ ਹਰ ਪ੍ਰਕਾਰ ਦੀ ਜਿਹੜੀ ਦੇਵੀ ਸੰਪਦਾ ਦੀ ਬਖਸ਼ਿਸ਼ ਕਰਨ ਵਾਲੀ ਹੈ। ਜਿਸ ਬਾਸੁਰ ਰਾਜੈ ਉਦਿਆਨਾ ਸੁਲਤਾਨਪੁਰ ਨਗਰ ਦੇ ਬਾਹਰ-ਵਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨ ਰਾਤ ਉਦਿਆਨ ਜੰਗਲ ਬਿਆਬਾਨ ਵਿੱਚ ਵਿਰਾਜਦੇ ਹਨ। ਜਿਸ ਦਰਸ਼ਨ ਦੁਖਦਾਰ ਦਹਾਨਾ ਜਿਸ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤਿਆਂ ਦੁੱਖਾਂ ਦਰਿਦਰਾਂ ਦੀ ਹਾਨੀ ਹੁੰਦੀ ਹੈ, ਨਾਸ਼ ਹੋ ਜਾਂਦੇ ਹਨ। ਭਗਤ ਜਗਤ ਮੈਂ ਮਦ ਪ੍ਰਗਟਾਵਨ ਸੰਸਾਰ ਦੇ ਵਿੱਚ ਭਗਤਾਂ ਵਾਸਤੇ ਚੰਗਾ ਰਸਤਾ ਪ੍ਰਗਟ ਕਰਨ ਵਾਸਤੇ, ਭਗਤੀ ਦਾ ਸੰਸਾਰ ਨੂੰ ਰਸਤਾ ਦੱਸਣ ਵਾਸਤੇ ਕੋ ਮਤ ਕੋ ਪੰਥ ਕੋ ਦੰਭ ਮਿਟਾਵਨ ਭੈੜੀ ਮੱਤ ਨੂੰ, ਭੈੜੇ ਰਸਤਿਆਂ ਨੂੰ ਤੇ ਜਿਹੜਾ ਦੰਭ ਪਖੰਡ ਆ ਉਸ ਨੂੰ ਮਿਟਾਉਣ ਖਾਤਰ ਕੀਰਤ ਨਾਮ ਪ੍ਰਤਾਪ ਵਧਾਵਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹਿਮਾ ਕੀਰਤੀ ਪ੍ਰਤਾਪ ਨੂੰ ਵਧਾਉਣ ਹਿੱਤ ਸ਼ੁਭ ਮਾਰਗ ਮਾਨਵ ਕੋ ਪਾਵਨ ਸਾਰੇ ਮਨੁੱਖਾਂ ਨੂੰ ਚੰਗੇ ਸ਼ੁਭ ਰਸਤੇ ਦੇ ਉੱਤੇ ਪਾਉਣ ਦੇ ਲਈ ਦਿਲ ਕੀ ਇੱਛਾ ਵਰਤਾਰੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਇੱਛਾ ਆਪਣੇ ਹਿਰਦੇ ਵਿੱਚ ਧਾਰਨ ਕੀਤੀ। ਜਪੈ ਨਾਮ ਦੇ ਸੰਤ ਮੁਰਾਰੀ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਨਾਮ ਬੜੇ ਬੜੇ ਸੰਤ ਮਹਾਪੁਰਖ ਜਪਦੇ ਹਨ। ਮਾਨਨ ਮਨ ਕੋ ਹਾਨਨ ਮਾਨਾ ਔਰ ਜਿਸ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਜਪਣ ਦੇ ਨਾਲ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ ਮਨਿਆਂ ਦਾ, ਹੰਕਾਰੀਆਂ ਦਾ ਜਿਹੜਾ ਮਨ ਹੰਕਾਰ ਨਾਲ ਭਰਿਆ ਹੈ ਉਹਦੀ ਹਾਨੀ ਹੁੰਦੀ ਆ, ਉਹ ਨਾਸ਼ ਹੋ ਜਾਂਦਾ ਮਾਨ ਹੰਕਾਰ। ਦੀਨਨ ਕੋ ਤਾਰਨ ਭਗਵਾਨਾ ਤੇ ਦੀਨਾਂ ਨੂੰ, ਗਰੀਬਾਂ ਨੂੰ ਤਾਰਨ ਦੇ ਵਾਸਤੇ ਭਗਵਾਨ ਸਰੂਪ ਤੋਰਾ ਜਿਸ ਵੀ ਕਰਨਾ ਤੇ ਮੁਚੈ ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਖਤਮ ਹੋ ਜਾਂਦੇ ਹਨ। ਕਲਪੇ ਕਲਪ ਕਲੇਸ਼ ਕਲਯੁਗ ਦੇ ਜਿੰਨੇ ਵੱਡੇ ਵੱਡੇ ਪਾਪ ਕਲੇਸ਼ ਇਤਿਆਦਿਕ ਹਨ ਸਭ ਖਤਮ ਹੁੰਦੇ ਹਨ। ਕਲਪ ਕਾਲ ਬੀਤਤ ਭਇਓ ਤ ਜਦੋਂ ਇਸ ਪ੍ਰਕਾਰ ਕੁਝ ਸਮਾਂ ਬਤੀਤ ਹੋਇਆ ਧਰੇ ਜੇ ਅਸ ਦੇਸ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਐਸਾ ਵੇਸ਼, ਐਸਾ ਪਹਿਰਾਵਾ ਆਪਣੇ ਤਨ ਦੇ ਉੱਤੇ ਧਾਰਨ ਕੀਤਾ ਹੈ, ਭਗਵੇਂ ਕੱਪੜੇ ਖਪਣੀ ਪਹਿਨ ਲਈ ਹੈ। ਕਉ ਬਈ ਸਭੈ ਬਲੋਗੀ ਬਿਦ ਨਰ ਕਾਹੀ ਸਾਰੇ ਜਿੰਨੇ ਲੋਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭੇਖ ਦੇਖਦੇ ਆ। ਇਸੇ ਤਰ੍ਹਾਂ ਇੱਕ ਮਨੁੱਖ ਨੇ ਸਤਿਗੁਰੂ ਜੀ ਦੀ ਇਹ ਵਿਧੀ ਨੂੰ, ਇਹ ਮਿਤ ਮਰਿਆਦਾ ਨੂੰ ਦੇਖਿਆ ਜਦੋਂ ਭਨੀ ਕਬਰ ਤਲਵੰਡੀ ਤਾਹੀ ਉਸ ਨੇ ਤਲਵੰਡੀ ਰਾਏ ਭੋਏ ਦੀ, ਜਿੱਥੇ ਸਤਿਗੁਰੂ ਸਾਹਿਬ ਜੀ ਦਾ ਆਗਮਨ ਹੋਇਆ, ਜਿਸ ਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿ ਕੇ ਸਤਿਕਾਰ ਦੇ ਯਾਦ ਕਰਦੇ ਹਾਂ, ਸੋ ਉਸ ਨਗਰ ਦੇ ਵਿੱਚ ਖਬਰ ਪਹੁੰਚਾ ਦਿੱਤੀ। ਸੁਣ ਪਰਵਾਰ ਕਰਿਓ ਗੁਬਾਰੂ ਜਦੋਂ ਸਤਿਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਨੇ, ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਨੇ, ਪਰਿਵਾਰ ਨੇ ਇਹ ਸਾਰੀ ਖਬਰਸਾਰ ਸੁਣੀ ਕਿ ਸਤਿਗੁਰੂ ਜੀ ਨੇ ਮੋਦੀਖਾਨਾ ਤਿਆਗ ਦਿੱਤਾ, ਕਿਰਤ ਵਿਰਤ ਨੂੰ ਤਿਆਗ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਸਾਧ ਬਣ ਗਏ ਹੈ, ਭਗਵੇਂ ਕੱਪੜੇ ਧਾਰਨ ਕਰਕੇ ਜੰਗਲਾਂ ਵਿੱਚ ਜਾ ਬੈਠੇ ਹਨ। ਇਹ ਜਦੋਂ ਪਰਿਵਾਰ ਨੇ ਖਬਰ ਸੁਣੀ ਤੇ ਸਾਰੇ ਪਰਿਵਾਰ ਦੇ, ਸਤਿਗੁਰੂ ਜੀ ਦੇ ਮਾਤਾ ਪਿਤਾ ਜੀ ਦੇ ਮਨ ਦੇ ਵਿੱਚ ਬਹੁਤ ਘਬਰਾਹਟ ਪੈਦਾ ਹੋਈ। ਜਿਵੇਂ ਸਾਧ ਸੰਗਤ ਜੀ ਬਨ ਦੇ ਵਿੱਚ, ਜੰਗਲ ਦੇ ਵਿੱਚ ਕੋਈ ਵਣਜ ਕਰਨ ਵਾਲਾ ਵਪਾਰੀ, ਉਹਨੂੰ ਕਿਸੇ ਨੇ ਲੁੱਟ ਲਿਆ ਹੋਵੇ ਨਾ, ਉਹ ਸਭ ਕੁਝ ਲੁਟਾ ਕੇ ਜਿਵੇਂ ਮਹਿਸੂਸ ਕਰਦਾ, ਐਵੇਂ ਸਤਿਗੁਰੂ ਜੀ ਦੇ ਮਾਤਾ ਪਿਤਾ ਜੀ ਮਹਿਸੂਸ ਕਰ ਰਹੇ ਆ। ਇੰਨਾ ਦੁੱਖ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਸਤਿਗੁਰੂ ਜੀ ਨੇ ਘਰ-ਬਾਰ ਦਾ ਤਿਆਗ ਕਰਕੇ ਸਾਧ ਬਣਨਾ ਕੀਤਾ ਹੈ। ਜਾਂ ਫਿਰ ਦੂਜਾ ਅਰਥ ਬਣੇਗਾ ਜਨ ਬਨ ਬਣ ਜਾਏ ਹਨਿਓ ਨਿਹਾਰੂ। ਜਿਵੇਂ ਬਨ ਨਾਮ ਬਗੀਚੀ ਦਾ ਹੈ, ਸੋ ਬਗੀਚੀ ਦੇ ਵਿੱਚ ਜਿਹੜੇ ਫੁੱਲ ਲੱਗੇ ਹੁੰਦੇ ਆ, ਨਿਹਾਰੂ ਨਾਮ ਬਰਫ਼ ਦਾ ਹੈ, ਕੱਕਰ ਦਾ। ਜਦੋਂ ਕੱਕਰ ਪੈਂਦਾ, ਬਰਫ਼ ਪੈਂਦੀ ਹੈ, ਬਹੁਤ ਠੰਡ ਪੈਂਦੀ ਹੈ ਤੇ ਉਹ ਜਿਵੇਂ ਫੁੱਲ ਪੱਤੇ ਕੁਮਲਾ ਜਾਂਦੇ ਆ, ਇਸ ਤਰ੍ਹਾਂ ਸਾਰੇ ਪਰਿਵਾਰ ਦੇ ਚਿਹਰੇ ਕੁਮਲਾਏ ਹਨ। ਪਿਤਾ ਮਹਿਤਾ ਕਾਲੂ ਜੀ ਨੂੰ ਜਦੋਂ ਖਬਰ ਮਿਲੀ, ਉਸੇ ਵੇਲੇ ਭਾਈ ਮਰਦਾਨਾ ਜੀ ਨੂੰ ਉਹਦੇ ਘਰੋਂ ਬੁਲਾ ਲਿਆ ਤੇ ਬੜੇ ਦੁੱਖ ਦੇ ਨਾਲ ਭਾਈ ਮਰਦਾਨਾ ਜੀ ਨੂੰ
ਇਹ ਬਚਨ ਕੀਤਾ ਅਬੈ ਜਾਓ ਅਬੈ ਕੁੰਪੁਰ ਸੁਲਤਾਨਾ ਕਿ ਭਾਈ ਮਰਦਾਨਾ ਜੀ ਤੁਸੀਂ ਹੁਣੇ ਇਸੇ ਵਕਤ ਸੁਲਤਾਨਪੁਰ ਨੂੰ ਜਾਓ। ਬਿਨ ਬਲਾਮਨ ਜੇ ਕਰਿਓ ਕਰੋ ਬਿਆਨਾ ਬਿਨਾਂ ਦੇਰੀ ਕੀਤਿਆਂ ਹੁਣੇ ਹੀ ਸ਼ੀਘਰ ਹੀ ਤੁਸੀਂ ਪਿਆਨਾ ਕਰ ਦਿਓ, ਚਾਲਾ ਮਾਰੋ ਸੁਲਤਾਨਪੁਰ ਵੱਲ। ਆਹੋ ਢਿਰਦੇ ਸੁਣੀ ਗੁਚਾਲੀ ਕਿਉਂਕਿ ਮੈਂ ਕਿਸੇ ਮਨੁੱਖ ਦੇ ਕੋਲੋਂ ਸਤਿਗੁਰੂ ਨਾਨਕ ਦੇਵ ਜੀ ਬਾਰੇ ਸੁਣਿਆ ਕਿ ਉਹਨਾਂ ਨੇ ਬੜੀ ਭੈੜੀ ਜੀ ਚਾਲ ਚੱਲੀ ਹੈ ਨਾਨਕ ਕੀਨੋ ਭੇਖ ਘੁਟਾਲੀ ਔਰ ਮੇਰੇ ਪੁੱਤਰ ਨਾਨਕ ਨੇ ਜਿਹੜਾ ਭੇਖ ਹੈ ਉਹ ਬੜਾ ਮਾੜਾ ਜਿਹਾ ਕਰ ਲਿਆ ਹੈ, ਸੰਤ ਬਣ ਕੇ ਬਹਿ ਗਿਆ ਹੈ। ਤਜ ਦੀਨੋ ਸਭ ਮੋਤੀ ਖਾਨਾ ਔਰ ਇਹ ਵੀ ਪਤਾ ਲੱਗਿਆ ਕਿ ਮੋਦੀ ਖਾਨੇ ਦਾ ਕੰਮਕਾਰ ਜਿਹੜਾ ਬੜਾ ਸੋਹਣਾ ਚੱਲਦਾ ਸੀ, ਚੰਗਾ ਧਨ ਕਮਾਉਂਦਾ ਸੀ, ਉਹ ਵੀ ਛੱਡ ਗਿਆ ਹੈ। ਭਇਓ ਫਕੀਰ ਸ਼ੋਰ ਕੁਲਪਾਨਾ ਆ ਸਾਡੇ ਕੁਲ ਦੀ ਵੀ ਲੱਜਿਆ ਸ਼ਰਮ ਨਹੀਂ ਰੱਖੀ, ਸਭ ਕੁਝ ਤਿਆਗ ਕੇ, ਕਾਨ ਕਨੌੜ ਤਿਆਗ ਕੇ, ਲੱਜਿਆ ਸ਼ਰਮ ਨੂੰ ਤਿਆਗ ਕੇ ਫਕੀਰ ਬਣ ਕੇ ਸੰਤ ਬਣ ਕੇ ਬੈਠ ਗਿਆ ਹੈ। ਮਰਦਾਨੇ ਤਤਕਾਲ ਸੁਣਾ ਭਾਈ ਮਰਦਾਨੇ ਨੇ ਉਸੇ ਵੇਲੇ ਸੁਣ ਕੇ ਕੀਨ ਬਿਆਨੋ ਮਾਨ ਇਹ ਮਨ ਦੇ ਵਿੱਚ ਮਹਿਤਾ ਕਾਲੂ ਜੀ ਦਾ ਬਚਨ ਮੰਨ ਕੇ ਉਸੇ ਵੇਲੇ ਚਾਲਾ ਮਾਰ ਦਿੱਤਾ ਸੁਲਤਾਨਪੁਰ ਵੱਲ। ਨਾਨਕ ਜਨਨੀ ਜਨਕ ਮਨ ਭਾਈ ਮਰਦਾਨਾ ਜੀ ਤਾਂ ਚੱਲ ਕੇ ਸੁਲਤਾਨਪੁਰ ਵੱਲ ਨੂੰ ਆ ਗਏ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਨਨੀ ਮਾਤਾ ਤ੍ਰਿਪਤਾ ਜੀ ਤੇ ਉਹਨਾਂ ਦੇ ਜਨਕ ਪਿਤਾ ਮਹਿਤਾ ਕਾਲੂ ਜੀ ਉਹ ਆਪਣੇ ਮਨ ਵਿੱਚ ਗੁਨੇ ਅਨਕਨਮਾਨ ਵਿਚਾਰਾਂ ਕਰਦੇ ਆ। ਕਰਦੇ ਕਰਦੇ ਅਨੇਕਾਂ ਅਨੁਮਾਨ ਜੇ ਲਾਉਂਦੇ ਆ, ਅੰਦਾਜ਼ੇ ਲਾਉਂਦੇ ਹਨ। ਕਾਬਈ ਟੋਟਾ ਭਇਓ ਦਰਦ ਕੋ ਤਾਸੂ ਕਹਿਣ ਲੱਗੇ ਲੋਕਾਂ ਨੂੰ ਪੁੰਨ ਦਾਨ ਬਹੁਤਾ ਕਰਦਾ ਸੀ ਸਾਡਾ ਪੁੱਤਰ ਨਾਨਕ, ਲੱਗਦਾ ਹੈ ਵਪਾਰ ਦੇ ਵਿੱਚ, ਹੱਟੀ ਦੇ ਵਿੱਚ ਧਨ ਦਾ ਉਹਨੂੰ ਕੋਈ ਬਹੁਤ ਵੱਡਾ ਘਾਟਾ ਪੈ ਗਿਆ ਹੈ। ਜਦੋਂ ਰਦਾ ਤੇ ਕੀਨੋ ਦਸੂ ਜਾਂ ਫਿਰ ਹੋ ਸਕਦਾ ਉਹਨਾਂ ਦਾ ਵੈਸੇ ਹੀ ਹਿਰਦਾ ਉਦਾਸ, ਉਹਨਾਂ ਦਾ ਹਿਰਦਾ ਉਦਾਸ ਹੋ ਗਿਆ ਹੋਵੇ, ਆਤੋ ਦਾਰ ਤੋਂ ਦਰਦ ਲੁਟਾਇਓ ਕਿਉਂਕਿ ਜਿਹੜਾ ਧਨ ਸੀ ਉਹ ਅਤ ਉਦਾਰ ਹੋ ਕੇ ਬੜੇ ਸਖੀ ਦਾਤੇ ਬਣ ਕੇ ਉਹਨਾਂ ਨੇ ਬਹੁਤ ਲੁਟਾਇਆ, ਬਹੁਤ ਦਾਨ ਪੁੰਨ ਕੀਤਾ ਹੈ। ਨਾਮ ਗਿਆਨ ਕਛ ਟੋਟਾਇਓ ਮਹਿਤਾ ਕਾਲੂ ਜੀ ਕਹਿੰਦੇ ਮੈਨੂੰ ਤਾਂ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਵੀ ਉਹਨੂੰ ਇੱਕ ਦਿਨ ਘਾਟਾ ਪੈ ਜਾਣਾ ਹੈ। ਬਾਰ ਬਾਰ ਮੈਂ ਜਗਵਨ ਜੀਨੀ ਮੈਂ ਬਾਰ-ਬਾਰ ਜਾ ਕੇ ਸੁਲਤਾਨਪੁਰ ਉਹਦੇ ਮੋਦੀ ਖਾਨੇ ਤੇ ਬੈਠ ਕੇ ਵੀ ਉਹਨੂੰ ਸ਼ੁਭ ਸਿੱਖਿਆ ਦਿੱਤੀ ਧਨੈ ਕੋਏ ਤਨੈ ਜੀਨੀ ਕਿ ਪੁੱਤਰ ਧਨ ਨੂੰ ਐਵੇਂ ਨਹੀਂ ਗਵਾਈਦਾ ਹੁੰਦਾ, ਐਵੇਂ ਨਹੀਂ ਬਹੁਤਾ ਦਾਨ ਪੁੰਨ ਕਰੀ ਜਾਈਦਾ ਹੁੰਦਾ। ਪਰ ਉਹਨੇ ਕੋਈ ਇੱਕ ਵੀ ਗੱਲ ਮੇਰੀ ਮਨ ਦੇ ਵਿੱਚ ਮੰਨੀ ਸਮਝੀ ਨਹੀਂ। ਡਰਤ ਜੇ ਦਿਨ ਰਾਤੀ ਜਿਹੜੀ ਗੱਲ ਤੋਂ ਮੈਂ ਦਿਨ ਰਾਤ ਡਰਦਾ ਰਹਿੰਦਾ ਸੀ ਮਨੀ ਬਾਗ ਸੋ ਦੁਖ ਦਾਤੀ ਉਹੀ ਦੁੱਖ ਦੇਣ ਵਾਲੀ ਗੱਲਬਾਤ ਬਣ ਚੁੱਕੀ ਹੈ। ਸੂਰੈ ਔਰ ਚਰਤ ਨਹੀਂ ਬਹੁਤ ਮਨ ਦੇ ਵਿੱਚ ਝੂਰਦੇ ਹਨ ਮਹਿਤਾ ਕਾਲੂ ਜੀ ਤੇ ਪਛਤਾਵੇ ਦੇ ਵਿੱਚ ਬੜਾ ਸਿਰ ਹਿਲਾਉਂਦੇ ਹਨ। ਕਲਪਨਾ ਮਨ ਮੈਂ ਬਣਾਈ ਅਨੇਕਾਂ ਪ੍ਰਕਾਰ ਦੀਆਂ ਕਲਪਨਾਵਾਂ ਮਨ ਦੇ ਵਿੱਚ ਵਿਚਾਰਾਂ ਕਰਦੇ ਹਨ, ਚਿੰਤਾ ਕਰਦੇ ਹਨ। ਸੋ ਬਾਸੁਰ ਬਿਨ ਪਸਨ ਬਤਾਇਓ ਐਨੇ ਚਿੰਤਾਤੁਰ ਹੋਏ ਸਤਿਗੁਰੂ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਹ ਸਾਰਾ ਦਿਨ ਬਿਨਾਂ ਅੰਨ ਜਲ ਛਕਿਆ ਉਹਨਾਂ ਨੇ ਬਤੀਤ ਕੀਤਾ। ਕਰ ਕਰੇ ਨਾਮ ਪਾਇਓ ਲੋਕ ਬਹੁਤ ਕਹਿੰਦੇ ਆ ਮਹਿਤਾ ਕਾਲੂ ਜੀ ਚਲੋ ਜੋ ਹੋਣਾ ਹੋ ਗਿਆ, ਤੁਸੀਂ ਘੱਟੋ ਘੱਟ ਭੋਜਨ ਪ੍ਰਸ਼ਾਦਾ ਤਾਂ ਛਕੋ, ਪਰ ਲੋਕਾਂ ਦੇ ਕਹਿਣ ਦੇ ਉੱਤੇ ਅੰਨ ਦਾ ਦਾਣਾ ਵੀ ਮੂੰਹ ਵਿੱਚ ਨਾ ਪਾਇਆ। ਦੋਹਰਾ ਸੁਣ ਕਰ ਰਾਏ ਬੁਲਾਰਿਓ ਜਦੋਂ ਇੱਧਰ ਰਾਏ ਭੋਏ ਦੀ ਤਲਵੰਡੀ ਦਾ ਜਿਹੜਾ ਰਾਜਾ ਰਾਏ ਬੁਲਾਰ ਹੈ ਉਸ ਨੂੰ ਪਤਾ ਲੱਗਿਆ, ਉਹਨੇ ਸੁਣਿਆ ਪਰ ਮਤਿਓ ਕੋ ਭਾਂਤ ਤੇ ਉਹਨੇ ਬੜਾ ਬਹੁਤ ਤਰੀਕਿਆਂ ਦੇ ਨਾਲ ਮਹਿਤਾ ਕਾਲੂ ਜੀ ਨੂੰ ਆਪਣੇ ਕੋਲ ਬੁਲਾ ਕੇ ਸਮਝਾਉਣ ਦਾ ਯਤਨ ਕੀਤਾ ਨਾਨਕ ਦੇ ਤੇ ਆਪ ਤੋਂ ਤੇ ਕਹਿਣ ਲੱਗੇ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਰਫੋਂ ਤੁਸੀਂ ਅਸਨਾ ਚਿਤ ਕਰ ਗਾਤ ਕੋਈ ਵੀ ਚਿੰਤਾ ਵਾਲੀ ਗੱਲ ਨਾ ਮਨ ਦੇ ਵਿੱਚ ਰੱਖੋ, ਕਿਉਂਕਿ ਰਾਏ ਬੁਲਾਰ ਜੀ ਸਤਿਗੁਰੂ ਨਾਨਕ ਦੇਵ ਜੀ ਉੱਤੇ ਬਹੁਤ ਸ਼ਰਧਾ ਰੱਖਦੇ ਸਨ। ਬਚਪਨ ਦੇ ਵਿੱਚ ਹੀ ਸਤਿਗੁਰੂ ਜੀ ਦੇ ਬੜੇ ਕੌਤਕ, ਬਚਪਨ ਦੀ ਬਾਲਕ ਅਵਸਥਾ ਵਿੱਚ ਸਤਿਗੁਰੂ ਜੀ ਜਦੋਂ ਸਨ, ਰਾਏ ਬੁਲਾਰ ਜੀ ਬਜ਼ੁਰਗ ਹਨ, ਉਹਨਾਂ ਨੇ ਬੜੇ ਕੌਤਕ ਦੇਖੇ। ਕਦੇ ਸੱਪਾਂ ਨੂੰ ਛਾਂ ਕਰਦੇ ਵੇਖਿਆ, ਕਦੇ ਦਰਖਤ ਦੀ ਛਾਂ ਸਤਿਗੁਰੂ ਜੀ ਦੇ ਚਿਹਰੇ ਉੱਤੇ ਟਿਕੀ ਵੇਖੀ। ਬੜੀ ਸ਼ਰਧਾ ਭਾਵਨਾ ਸਤਿਗੁਰੂ ਨਾਨਕ ਦੇਵ ਜੀ ਦੇ ਉੱਤੇ ਰਾਏ ਬੁਲਾਰ ਰੱਖਦਾ ਸੀ, ਜਿਸ ਕਰਕੇ ਸਤਿਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਸਮਝਾ ਰਿਹਾ ਹੈ ਕਿ ਤੁਸੀਂ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ। ਕਾਉ ਬਈ
ਨਾਨਕ ਕਾਰਨ ਕਰਨ ਸੁਤੰਤਰ। ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਸਾਰੇ ਕਾਰਨਾਂ ਨੂੰ ਕਰਨ ਵਾਲੇ ਹਨ ਤੇ ਸੁਤੰਤਰ ਹਨ। ਉਹ ਆਪਣੀ ਮਰਜ਼ੀ ਦੇ ਨਾਲ ਸਾਰੇ ਕਾਰਜ ਕਰਦੇ ਆ। ਉਹਨਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਤੇ ਕੁਝ ਵੀ ਗਲਤ ਨਹੀਂ ਕਰਦੇ। ਮਨ ਜਾਣੋ ਕਿ ਕੋ ਨਾ ਪਰਤੰਤਰ। ਔਰ ਮਨ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਜਾਣ ਲਓ, ਪੱਕੀ ਕਰ ਲਓ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇ ਅਧੀਨ ਨਹੀਂ ਹਨ। ਉਹ ਅਕਾਲ ਪੁਰਖ ਦਾ ਸਰੂਪ ਹਨ ਤੇ ਰੱਬ ਕਿਸੇ ਦੇ ਅਧੀਨ ਨਹੀਂ। ਜੋ ਕਿਛ ਕਾਰਜ ਕਰੈ ਭਲਾ ਸੋ। ਉਹ ਜੋ ਵੀ ਕਾਰਜ ਕਰਦੇ ਆ ਜਾਂ ਕਰਨਗੇ ਉਹਨੂੰ ਭਲਾ ਕਰਕੇ ਜਾਣੋ, ਉਹ ਚੰਗਾ ਹੀ ਹੈ। ਸੁਖ ਸਾਗਰ ਤਲ ਦੇ ਕਲਾ ਸੋ। ਕਿਉਂਕਿ ਉਹ ਸੁੱਖਾਂ ਦੇ ਸਾਗਰ ਹੈ, ਸੁੱਖਾਂ ਦੇ ਸਮੁੰਦਰ ਹਨ। ਸੋ ਸੁੱਖਾਂ ਦੇ ਸਾਗਰ ਨੇ ਇਹ ਜਿਹੜੀ ਦੇਹੀ ਬਹੁਤ ਸ਼ਕਤੀਆਂ ਦੇ ਸਮੇਤ ਨਾਨਕ ਰੂਪ ਵਿੱਚ ਧਾਰਨ ਕੀਤੀ ਹੋਈ ਹੈ ਵਾਹਿਗੁਰੂ ਨੇ। ਇਸ ਪ੍ਰਕਾਰ ਰਾਏ ਬਲਾਰ ਜੀ ਨੇ ਬਹੁਤ ਧੀਰਜ ਹੌਸਲਾ ਬਣਾਇਆ ਤੇ ਨਾਲ ਆਪ ਵੀ ਸਤਿਗੁਰੂ ਜੀ ਦਾ ਧਿਆਨ ਧਰ ਕੇ ਸਤਿਗੁਰੂ ਜੀ ਦੇ ਸੋਹਣੇ ਚੰਗੇ ਸੁਭਾਅ ਚੰਗੇ ਗੁਣਾਂ ਦਾ ਚਿੰਤਨ ਕਰ ਰਿਹਾ ਹੈ ਰਾਏ ਬਲਾਰ। ਔਰ ਇਹਦੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਚਾਹਨਾ ਇੱਛਾ ਥੋੜੀ ਨਹੀਂ ਬਲਕਿ ਬਹੁਤ ਜ਼ਿਆਦਾ ਹੈ। ਜਿਵੇਂ ਚਾਤਰਕ ਇੱਕ ਪਪੀਹਾ ਉਹ ਸਵੰਤੀ ਬੂੰਦ ਵਾਸਤੇ ਕੂਕਦਾ ਹੈ, ਹਮੇਸ਼ਾ ਉਹਦੇ ਮਨ ਦੇ ਵਿੱਚ ਇੱਛਾ ਰਹਿੰਦੀ ਹੈ ਸਵੰਤੀ ਬੂੰਦ ਮਿਲ ਜੇ। ਤੇ ਜਿਵੇਂ ਚੰਦਰਮਾ ਨੂੰ ਦੇਖਣ ਵਾਸਤੇ ਚਕੋਰੀ ਦਾ ਮਨ ਸਦਾ ਸਾਧ ਸੰਗਤ ਜੀ ਲੋਚਦਾ ਹੈ, ਇਸੇ ਪ੍ਰਕਾਰ ਰਾਏ ਬਲਾਰ ਜੀ ਦਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਮਨ ਲੋਚ ਰਿਹਾ ਹੈ। ਤਲਵੰਡੀ ਨਗਰ ਦੇ ਵਿੱਚ ਹੋਰ ਜਿਹੜੇ ਬੇਦੀ ਪਰਿਵਾਰ ਰਹਿੰਦੇ ਸੀ, ਜਦੋਂ ਉਹਨਾਂ ਨੇ ਸਾਰੀ ਗੱਲਬਾਤ ਸੁਣੀ ਕਿ ਮਹਿਤਾ ਕਾਲੂ ਜੀ ਪਟਵਾਰੀ ਜੀ ਦਾ ਪੁੱਤਰ ਫਕੀਰ ਹੋ ਗਿਆ, ਸੰਤ ਬਣ ਗਿਆ, ਘਰ-ਬਾਰ ਤਿਆਗ ਗਿਆ, ਮੋਦੀਖਾਨਾ ਛੱਡ ਦਿੱਤਾ ਹੈ, ਉਹਨਾਂ ਨੇ ਵੀ ਸੁਣ ਕੇ ਮਨ ਵਿੱਚ ਬੜੀ ਹੈਰਾਨਗੀ ਜਿਹੀ ਮੰਨੀ। ਸਾਰੇ ਸੋਚਦੇ ਐ ਵੀ ਜਾਣਿਆ ਨਹੀਂ ਜਾਂਦਾ ਇਹ ਕੀ ਕਾਰਨ ਬਣਿਆ। ਕਿਉਂਕਿ ਉਹਨਾਂ ਕੋਲੇ ਤਾਂ ਧਨ ਪਦਾਰਥ ਬਹੁਤ ਸੀ, ਸੁਣਿਆ ਸੀ ਵੀ ਮੋਦੀਖਾਨੇ ਦਾ ਕੰਮਕਾਰ ਬਹੁਤ ਚੰਗਾ ਚੱਲਦਾ, ਬੜਾ ਪੈਸਾ ਆਉਂਦਾ ਹੈ। ਔਰ ਉਹਨਾਂ ਦਾ ਬੜਾ ਉੱਥੇ ਸੂਤ ਵੱਜਿਆ ਸੀ, ਬੜਾ ਠੀਕ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬੜਾ ਸੋਹਣਾ ਉੱਥੇ ਨਿਰਵਾਹ ਹੁੰਦਾ ਸੀ। ਔਰ ਹੋਤੋ ਸੂਤ ਅਧਿਕਾਏ ਨਿਰਪਾਲਾ, ਜਿਹੜਾ ਨਗਰ ਦਾ ਰਾਜਾ ਨਵਾਬ ਦੌਲਤ ਖਾਂ ਉਹਦੇ ਨਾਲ ਵੀ ਬੜਾ ਸੂਤ ਸੀ ਸਤਿਗੁਰੂ ਜੀ ਦਾ, ਬੜਾ ਠੀਕ, ਉਹਦੇ ਤੱਕ ਚੰਗੀ ਅਪਰੋਚ ਸੀ। ਸੋ ਇਸੇ ਪ੍ਰਕਾਰ ਪੜ੍ਹੋ ਜੀ ਇਹੀ ਪੰਕਤੀ ਦੁਬਾਰਾ। ਜਿਹੜਾ ਨਿਰਪਾਲ ਨਵਾਬ ਦੌਲਤ ਖਾਂ ਹੈ ਉਹਦੇ ਨਾਲ ਵੀ ਸਤਿਗੁਰੂ ਜੀ ਦੀ ਚੰਗੀ ਬਣਦੀ ਸੀ। ਇਸ ਪ੍ਰਕਾਰ ਦੀ ਜਿਹੜੀ ਚਰਚਾ, ਇਸ ਪ੍ਰਕਾਰ ਦਾ ਵਰਤਾਂਤ, ਇਸ ਪ੍ਰਕਾਰ ਦਾ ਪ੍ਰਸੰਗ, ਆਪਸੀ ਗੱਲਾਂ ਬਾਤਾਂ ਤਲਵੰਡੀ ਨਗਰ ਵਿੱਚ ਹੁੰਦੀਆਂ ਹਨ। ਇੱਧਰ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਗੁਰੂ ਕੀ ਸੰਗ ਤੇ ਸੁਣੋ। ਜਿਵੇਂ ਭਾਈ ਮਰਦਾਨਾ ਸੁਲਤਾਨਪੁਰ ਪਹੁੰਚਿਆ, ਸਭ ਤੋਂ ਪਹਿਲਾਂ ਭੈਣ ਨਾਨਕੀ ਦੇ ਘਰ ਜਾ ਪਹੁੰਚਿਆ ਭਾਈ ਮਰਦਾਨਾ। ਘਰ ਦੇ ਅੰਦਰ ਪ੍ਰਵੇਸ਼ ਹੋਇਆ ਰਾਜੀ ਖੁਸ਼ੀ ਪੁੱਛਣ ਵਾਸਤੇ। ਜਾ ਕੇ ਚੰਗੀ ਦੁਆ ਸਲਾਮ ਕੀਤੀ, ਅਸੀਸਾਂ ਦਿੱਤੀਆਂ, ਜਜਮਾਨੋ ਸੁਖੀ ਵਸਦੇ ਰਹੋ ਭਾਈ ਮਰਦਾਨੇ ਨੇ। ਫਿਰ ਭਾਈ ਮਰਦਾਨਾ ਜੀ ਜਾ ਕੇ ਬੈਠ ਗਏ, ਜਿਨ੍ਹਾਂ ਦੇ ਚਿਹਰੇ ਦੀ ਪ੍ਰਭਾ, ਜਿਨ੍ਹਾਂ ਦੇ ਚਿਹਰੇ ਦੀ ਸ਼ੋਭਾ ਬੜੀ ਫਿੱਕੀ ਪਈ ਹੋਈ ਹੈ, ਚਿਹਰਾ ਪੀਲਾ ਪਿਆ ਹੋਇਆ ਹੈ। ਭੈਣ ਨਾਨਕੀ ਨੇ, ਭਾਈ ਜੈ ਰਾਮ ਜੀ ਨੇ ਸਭ ਪ੍ਰਕਾਰ ਕਰਕੇ ਭਾਈ ਮਰਦਾਨਾ ਜੀ ਦਾ ਬੜਾ ਆਦਰ ਸਤਿਕਾਰ ਕੀਤਾ। ਭੈਣ ਨਾਨਕੀ ਜੀ ਨੇ ਮੁਖੋਂ ਬਚਨ ਆਖਿਆ, ਇਹ ਭਾਈ ਮਰਦਾਨਾ ਜੀ ਤਲਵੰਡੀ ਨਗਰ ਦੀ ਰਾਜੀ ਖੁਸ਼ੀ ਦੱਸ। ਫਿਰ ਮੇਰੇ ਮਾਤਾ ਤੇ ਪਿਤਾ ਦੀ ਰਾਜੀ ਖੁਸ਼ੀ ਦੱਸ ਵੀ ਉਹ ਠੀਕ ਠਾਕ ਹਨ। ਇਹ ਵੀ ਦੱਸਦੇ ਕਿ ਰਾਏ ਬਲਾਰ ਜੀ ਦਾ ਸਰੀਰ ਠੀਕ ਹੈ, ਉਹਨਾਂ ਦੀ ਦੇਹ ਤੰਦਰੁਸਤ ਹੈ। ਫਿਰ ਭੈਣ ਜੀ ਪੁੱਛਣ ਲੱਗੇ
ਕਿ ਹੇ ਧੀਰਜਵਾਨ ਮੱਤ ਵਾਲੇ ਭਾਈ ਮਰਦਾਨਾ ਜੀ ਆਪਣੇ ਆਉਣ ਦਾ ਕਾਰਨ ਵੀ ਦੱਸੋ। ਸੁਣ ਮਰਦਾਨੇ ਲਗਨ ਬਖਾਨਾ। ਭਾਈ ਮਰਦਾਨਾ ਜੀ ਨੇ ਸੁਣ ਕੇ ਆਖਿਆ, ਸਰਬ ਪ੍ਰਕਾਰ ਕੁਸ਼ਲ ਤੇ ਖਾਨਾ। ਕਹਿਣ ਲੱਗਾ ਕਿ ਸਭ ਪ੍ਰਕਾਰ ਕਰਕੇ ਆਨੰਦ ਮੰਗਲ ਰਾਜੀ ਖੁਸ਼ੀ ਹੈ ਤਲਵੰਡੀ ਵਿਖੇ। ਮਮਾਨ ਕੋ ਲਗੋ ਨਿਦਾਨਾ। ਹਾਂ, ਜਿਹੜਾ ਮੇਰੇ ਆਉਣ ਦਾ ਇੱਥੇ ਕਾਰਨ ਹੈ ਉਹ ਜਾਣੋ। ਤੋਰ ਜਨਕ ਸੁਣਿਓ ਏ ਬਖਾਨਾ। ਤੁਹਾਡੇ ਪਿਤਾ ਮਹਿਤਾ ਕਾਲੂ ਨੇ ਆਪਣੇ ਕੰਨੀ ਇਹ ਗੱਲ ਸੁਣੀ ਹੈ ਸ੍ਰੀ ਨਾਨਕ ਤਜ ਮੋਦੀ ਖਾਨਾ। ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਦੀਖਾਨਾ ਤਿਆਗ ਦਿੱਤਾ ਹੈ ਏਕ ਫਕੀਰ ਸ੍ਰੀ ਜੈ ਖਾਨਾ। ਔਰ ਆਪਣੇ ਸਰੀਰ ਦੇ ਉੱਤੇ ਫਕੀਰਾਂ ਵਾਲਾ ਸਾਧੂ ਸੰਤਾਂ ਵਰਗਾ ਭਗਵਾ ਲਿਬਾਸ ਧਾਰਨ ਕਰ ਲਿਆ ਹੈ। ਮੁਝ ਬੁਲਾਏ ਸੁਧ ਦੇ ਮਨ ਹੇਤੁ। ਤੇ ਮੈਨੂੰ ਉਹਨਾਂ ਨੇ ਆਪਣੇ ਘਰੇ ਬੁਲਾਇਆ ਤੇ ਖਬਰਸਾਰ ਲੈਣ ਵਾਸਤੇ ਸਭਿਓ ਤੁਰੰਤ ਬੇਦੀ ਕੁਲ ਕੇਤੁ। ਬਹੁਤ ਜਲਦੀ ਮੈਨੂੰ ਇੱਥੇ ਭੇਜਿਆ ਕਿ ਬੇਦੀ ਕੁਲ ਦੇ ਧੁਜਾ ਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਖਬਰਸਾਰ ਲੈ ਜਾ ਕੇ। ਕਮਲ ਬਦਨ ਆਪਣੇ ਕੇ ਜਾਈ। ਤੇ ਭੈਣ ਜੀ ਮੈਨੂੰ ਦੱਸੋ ਕਿ ਕਮਲ ਵਰਗੇ ਸੋਹਣੇ ਮੁਖੜੇ ਵਾਲੇ ਸਤਿਗੁਰੂ ਜੀ ਹੁਣ ਕਿਹੜੀ ਜਗ੍ਹਾ ਹਨ, ਬੋਝ ਲਿਓ ਸੁਧ ਤਬ ਦਿਨ ਤਾਈ। ਤਾਂ ਕਿ ਮੈਂ ਉਹਨਾਂ ਦੇ ਕੋਲੇ ਜਾ ਕੇ ਸਾਰੀ ਖਬਰਸਾਰ ਪੁੱਛ ਲਵਾਂ। ਆਤਮ ਦੇ ਦਿਲ ਕੀ ਸੁਧ ਹੋਏ। ਨਹੀਂ ਤਾਂ ਜੇਕਰ ਤੁਹਾਨੂੰ ਉਹਨਾਂ ਬਾਰੇ ਸਾਰਾ ਕੁਝ ਪਤਾ ਹੈ ਜੈ ਬਤਾਓ ਤੁਮ ਕਹਿ ਹੋਏ। ਤੇ ਆਪ ਜੀ ਭੈਣ ਜੀ ਮੈਨੂੰ ਉਹ ਸਾਰੀ ਗੱਲਬਾਤ ਦੱਸ ਦਿਓ ਕਹਿ ਕੇ, ਸੁਣ ਕਰ ਸੋਗ ਬਰੇ ਤੁਮਾਲਾ। ਤਾਂ ਕਿ ਮੈਂ ਤੁਹਾਡੇ ਤੋਂ ਸੁਣ ਕੇ ਤੁਹਾਡੇ ਮਾਤਾ ਪਿਤਾ ਜੀ ਨੂੰ ਜਾ ਦੱਸਾਂ। ਜੈ ਬਤਾਓ ਜਿਉ ਕੁਛ ਲਾਤਾ। ਜਿਵੇਂ ਇੱਥੋਂ ਦੀ ਰਾਜੀ ਖੁਸ਼ੀ ਆ ਜਾ ਕੇ ਤਲਵੰਡੀ ਵਿਖੇ ਦੱਸ ਦੇਵਾਂ। ਆਪਨ ਨ ਜਾਣੋ ਆਮਨ ਹੇਤੁ। ਹੋਰ ਮੇਰੇ ਆਉਣ ਦਾ ਕੋਈ ਕਾਰਨ ਨਾ ਜਾਣੋ। ਸੁਧ ਬੇਦੀ ਕੁਲ ਕੇਤੁ। ਬਸ ਇਹੀ ਕੰਮ ਵਾਸਤੇ ਮੈਂ ਆਇਆ ਕਿ ਬੇਦੀ ਕੁਲ ਦੇ ਸਤਿਗੁਰੂ ਸੱਚੇ ਪਾਤਸ਼ਾਹ ਨਿਸ਼ਾਨ ਰੂਪ ਧੁਜਾ ਰੂਪ ਹੈ ਉਹਨਾਂ ਦੀ ਖਬਰਸਾਰ ਮੈਨੂੰ ਮਿਲੇ। ਸੁਣ ਬੋਲੀ ਪੁਨ ਨਾਨਕੀ। ਭਾਈ ਮਰਦਾਨਾ ਜੀ ਤੋਂ ਬਚਨ ਸੁਣ ਕੇ ਭੈਣ ਨਾਨਕੀ ਬੋਲੇ ਕਿ ਭਾਈ ਮਰਦਾਨਾ ਜੀ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਆਪਣੇ ਅੱਖਾਂ ਦੇ ਨਾਲ ਦੇਖ ਹੀ ਰਹੇ ਹੋ। ਕਹਿੰਦੇ ਉਹ ਖਬਰ ਤੁਸੀਂ ਇੱਥੋਂ ਦੀ ਜਾਣ ਲਓ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਤਨੀ ਵੀ ਇੱਥੇ ਨਹੀਂ ਹੈ, ਛੋਟਾ ਸਾਹਿਬਜ਼ਾਦਾ ਲਖਮੀ ਦਾਸ ਵੀ ਇੱਥੇ ਨਹੀਂ, ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਪੇਕੇ ਪਿੰਡ ਬਟਾਲੇ ਵਿਖੇ ਲੈ ਗਏ ਆ। ਸੋ ਇਸ ਪ੍ਰਕਾਰ ਕਹਿੰਦੇ ਤੁਸੀਂ ਇਹ ਸਭ ਕੁਝ ਅੱਖੀਂ ਦੇਖ ਰਹੇ ਹੋ। ਮੇਰੇ ਹੁਣ ਕਹਿਣ ਦੀ ਕੀ ਗੱਲ ਹੈ, ਸਭ ਕੁਝ ਤੁਹਾਡੇ ਸਾਹਮਣੇ ਹੀ ਹੈ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਵਿਸਥਾਰ ਪੂਰਵਕ ਇਹ ਖਬਰਸਾਰ ਲੈਣ ਦੀ ਇੱਛਾ ਹੈ ਤੇ ਆਪ ਜੀ ਮੇਰੇ ਭਰਾ ਸਤਿਗੁਰੂ ਨਾਨਕ ਦੇਵ ਜੀ ਨੂੰ ਜਾ ਮਿਲੋ। ਉੱਥੇ ਜਾ ਕੇ ਜਿੱਥੇ ਬਾਹਰ ਜੰਗਲ ਬਿਆਬਾਨ ਵਿੱਚ ਬੈਠੇ ਆ ਉਹਨਾਂ ਨੂੰ ਰਾਜੀ ਖੁਸ਼ੀ ਪੁੱਛੋ। ਉਹ ਭਲੀ ਭਾਂਤ ਕਰਕੇ ਚੰਗੇ ਤਰੀਕੇ ਨਾਲ ਤੁਹਾਨੂੰ ਸਭ ਕੁਝ ਦੱਸ ਦੇਣਗੇ। ਉਹਨਾਂ ਤੋਂ ਸੁਣ ਕੇ ਫਿਰ ਤੂੰ ਵਾਪਸ ਤਲਵੰਡੀ ਜਾਈਂ। ਫਿਰ ਮਾਤਾ ਪਿਤਾ ਜੀ ਨੂੰ ਜਾ ਕੇ ਰਾਜੀ ਖੁਸ਼ੀ ਦੱਸ ਦੇਈਂ। ਭਾਈ ਮਰਦਾਨਾ ਜੀ ਪੁੱਛਦੇ ਆ ਭੈਣ ਜੀ ਮੈਨੂੰ ਦੱਸੋ ਫਿਰ ਸਤਿਗੁਰੂ ਜੀ ਕਿੱਥੇ ਮਿਲਣਗੇ। ਤੋ ਭੈਣ ਨਾਨਕੀ ਜੀ ਕਹਿਣ ਲੱਗੇ ਨਗਰ ਦੇ ਬਾਹਰ ਵਾਰ ਜਿੱਥੇ ਬਹੁਤ ਵੱਡਾ ਘਣਾ ਸੰਘਣਾ ਜੰਗਲ ਹੈ, ਦਇਆ ਦੇ ਖਜ਼ਾਨਾ ਰੂਪ ਸਤਿਗੁਰੂ ਨਾਨਕ ਦੇਵ ਜੀ ਉੱਥੇ ਬੈਠੇ ਹਨ। ਜਦੋਂ ਭਾਈ ਮਰਦਾਨਾ ਜੀ ਇਹ ਸੁਣ ਕੇ ਜਾਣ ਲੱਗਾ ਉਸ ਵੇਲੇ ਭੈਣ ਨਾਨਕੀ ਨੇ ਵਚਨ ਕੀਤਾ, ਕਹਿਣ ਲੱਗੇ ਭਾਈ ਮਰਦਾਨਾ ਜੀ ਫੇਰ ਚਲੇ ਜਾਇਓ, ਭੋਜਨ ਤਿਆਰ ਹੈ, ਪਹਿਲਾਂ ਭੋਜਨ ਪ੍ਰਸ਼ਾਦਾ ਛਕ ਕੇ ਜਾਣਾ। ਉਸ ਵੇਲੇ ਭਾਈ ਮਰਦਾਨਾ ਜੀ ਨੇ ਭੈਣ ਨਾਨਕੀ ਤੋਂ ਭੋਜਨ ਪ੍ਰਸ਼ਾਦਾ ਲੈ ਕੇ ਛਕ ਲਿਆ। ਚੰਗੀ ਤਰ੍ਹਾਂ ਰੱਜ ਪੁੱਜ ਕੇ ਫਿਰ ਭਾਈ ਮਰਦਾਨਾ ਜੀ ਨੇ ਚਾਲਾ ਮਾਰਿਆ। ਸੋ ਘਰ ਤੋਂ ਨਿਕਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਚੱਲਿਆ। ਮਨ ਵਿੱਚ ਬਹੁਤ ਸ਼ੋਕ ਵਧਾਇਆ, ਦੁੱਖ ਭਾਈ ਮਰਦਾਨਾ ਜੀ ਨੇ ਮੰਨਿਆ ਹੋਇਆ ਹੈ। ਜਿਸ ਦਿਸ਼ਾ ਦੇ ਵਿੱਚ ਜਿਸ ਪਾਸੇ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਬੈਠੇ ਹੋਏ ਸੁਣੇ ਸਨ, ਮਨ ਦੇ ਵਿੱਚ ਵਿਚਾਰਾਂ ਕਰਦੇ ਹੋਏ ਭਾਈ ਮਰਦਾਨਾ ਜੀ ਉਸ ਪਾਸੇ ਨੂੰ ਚੱਲ ਪਏ।
ਨਿਸ਼ਚੈ ਭਏ ਫਕੀਰ ਸੋ। ਕਹਿਣ ਲੱਗਾ ਵੀ ਇਹ ਤਾਂ ਨਿਸ਼ਚਿਤ ਹੀ ਗੱਲ ਹੈ, ਪੱਕੀ ਗੱਲ ਹੈ। ਸਤਿਗੁਰੂ ਨਾਨਕ ਦੇਵ ਜੀ ਫਕੀਰ ਹੋ ਗਏ ਹੋਣਗੇ, ਸੰਤ ਬਣ ਗਏ ਹੋਣੇ ਹਨ। ਵੈਸੇ ਜੇ ਉਦਿਆਨ ਜੇ ਜਾ ਕੇ ਉਦਿਆਨ ਦੇ ਵਿੱਚ ਜੰਗਲਾਂ ਵਿੱਚ ਹੀ ਬੈਠ ਕੇ ਜੰਗਲਾਂ ਵਿੱਚ ਸਾਧੂ ਮਹਾਤਮਾ ਹੀ ਬਹਿੰਦੇ ਆ ਤੇ ਵਾਕਈ ਉਹ ਫਕੀਰ ਬਣ ਗਏ ਹਨ। ਸਰਬ ਬਾਤ ਕੀ ਕਿਰਤ ਸੀ। ਇਹਨਾਂ ਦੀ ਕਿਰਤ ਕਮਾਈ, ਜਿਹੜਾ ਕੰਮਕਾਰ ਸੀ ਮੋਦੀ ਖਾਨੇ ਦਾ, ਬੜਾ ਧਨ ਕਮਾਉਣ ਵਾਲਾ ਸੀ। ਤਜੀ ਨਾ ਕਰੀ ਸਿਆਨ ਸਤਿਗੁਰੂ ਜੀ ਨੇ ਛੱਡ ਦਿੱਤਾ, ਇਹ ਇਹਨਾਂ ਨੇ ਕੋਈ ਸਿਆਣੀ ਗੱਲ ਨਹੀਂ ਕੀਤੀ। ਕਾਬਈ ਲੋਚਨ ਲੋਕ ਲੋਕ ਪਤ ਲੋਕ। ਇਉਂ ਚੱਲਦੇ ਚੱਲਦੇ ਭਾਈ ਮਰਦਾਨਾ ਜੀ ਦੱਸੀ ਹੋਈ ਜਗ੍ਹਾ ਤੇ ਪਹੁੰਚੇ। ਜਾ ਕੇ ਆਪਣੇ ਨੇਤਰਾਂ ਦੇ ਨਾਲ ਸਾਰੇ ਸੰਸਾਰ ਦੇ ਮਾਲਕ ਸਤਿਗੁਰੂ ਜੀ ਨੂੰ ਜਦੋਂ ਤੱਕਿਆ, ਭਇਓ ਕਛੇ ਕਿਰਤ ਮੈਂ ਸੁਖ। ਔਰ ਵਿਸ਼ੇਸ਼ ਕਰਕੇ ਭਾਈ ਮਰਦਾਨਾ ਜੀ ਦੇ ਹਿਰਦੇ ਦੇ ਵਿੱਚ, ਦਿਲ ਦੇ ਵਿੱਚ ਬੜਾ ਗਮ ਹੈ। ਤਾਂ ਮੈਂ ਕੰਚਨ ਅਲੰਕਾਰ ਸਤਿਗੁਰੂ ਜੀ ਨੂੰ ਜਦੋਂ ਦੇਖਿਆ, ਭਗਵੇਂ ਰੰਗ ਦੇ ਕੱਪੜੇ ਖਫਣੀ ਪਾਈ ਬੈਠੇ ਆ, ਸਾਧ ਬਣੇ ਬੈਠੇ ਹਨ। ਸੋਚਦਾ ਮਨ ਵਿੱਚ ਕਿ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਨ ਦੇ ਉੱਤੇ ਬੜੇ ਸੁੰਦਰ ਸੋਨੇ ਦੇ ਗਹਿਣੇ ਫੱਬਦੇ ਹੁੰਦੇ ਸਨ, ਮੋਤੀ ਰਤਨ ਸ਼ਬਦ ਪਾਰਾ। ਅਨੇਕਾਂ ਪ੍ਰਕਾਰ ਦੇ ਮੋਤੀ ਰਤਨ ਸ਼ੋਭਾ ਪਾਉਂਦੇ ਸਨ। ਪਟੰਬਰ ਪੁਨ ਪਸ਼ਮੰਬਰ। ਬੜੇ ਸੁੰਦਰ ਜਿਹੜੇ ਰੇਸ਼ਮੀ ਵਸਤਰ, ਪਸ਼ਮੀਨੇ ਦੇ ਵਸਤਰ ਸਤਿਗੁਰੂ ਜੀ ਪਹਿਨਦੇ ਸਨ। ਸ਼ਬਦ ਵਿਸਾਲੈ ਸੁੰਦਰ। ਔਰ ਪਹਿਨ ਕੇ ਸਤਿਗੁਰੂ ਜੀ ਬੜੀ ਸ਼ੋਭਾ ਪਾਉਂਦੇ ਸਨ, ਬੜੇ ਸੁੰਦਰ ਲੱਗਦੇ ਸਨ। ਸੋ ਭਗਵੇ ਕਰ ਤੀਰ ਸਰੀਰਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦੇ ਉੱਤੇ ਭਗਵਾਂ ਭੇਖ, ਭਗਵੇਂ ਵਸਤਰ ਧਾਰਨ ਕੀਤੇ, ਖਪਣੀ ਪਹਿਨੀ ਹੋਈ ਹੈ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਸੋਚ ਕੇ ਬੜਾ ਹੌਸਲਾ ਰਹਿਤ ਹੋ ਕੇ ਭਾਈ ਮਰਦਾਨਾ ਜਾ ਬੈਠਿਆ। ਸੋਚਦਾ ਹੈ ਕਿ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਾਰ ਚਫੇਰੇ ਭੀੜ ਲੱਗੀ ਰਹਿੰਦੀ ਸੀ, ਦਾਨ ਲੈਣ ਵਾਲੇ ਲੋਕ ਸਤਿਗੁਰੂ ਨੂੰ ਚਾਰੇ ਪਾਸਿਓਂ ਘੇਰੀ ਰੱਖਦੇ ਸਨ। ਹਮੇਸ਼ਾ ਸਤਿਗੁਰੂ ਜੀ ਦੀ ਮਹਿਮਾ ਕਰਦੇ ਸੀ ਵੀ ਆਹ ਮੋਦੀ ਨਾਨਕ ਬੜਾ ਚੰਗਾ ਹੈ, ਬਹੁਤ ਦਾਨ ਪੁੰਨ ਕਰਦਾ ਹੈ। ਚਾਰੇ ਪਾਸਿਓਂ ਘੇਰਾ ਪਾ ਕੇ ਰੱਖਦੇ ਸਨ ਲੋਕ। ਆਹ ਕੀ ਗੱਲ ਹੋ ਗਈ, ਅੱਜ ਇਕੱਲੇ ਹੀ ਇਸ ਉਦਿਆਨ ਜੰਗਲ ਦੇ ਵਿੱਚ ਬੈਠੇ ਹਨ। ਅੱਜ ਸਤਿਗੁਰੂ ਜੀ ਇਉਂ ਬੈਠੇ ਆ। ਭਾਈ ਮਰਦਾਨਾ ਜੀ ਨੇੜੇ ਗਏ, ਸਤਿਗੁਰੂ ਜੀ ਦੇ ਨੇਤਰਾਂ ਵਿੱਚੋਂ ਹੰਝੂ ਵਗ ਪਏ। ਨੇੜੇ ਜਾ ਕੇ ਸਤਿਗੁਰੂ ਜੀ ਦੇ ਸੁਜਾਨ, ਜਿਹੜਾ ਸਿਆਣਾ ਭਾਈ ਮਰਦਾਨਾ ਖੜਾ ਹੋ ਗਿਆ। ਸਤਿਗੁਰੂ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਦੁਆ ਸਲਾਮ ਕੀਤੀ ਤੇ ਕਲਿਆਣ ਉਚਾਰੀ, ਵੱਡੇ ਵਡੇਰਿਆਂ ਦਾ ਨਾਂ ਲੈ ਕੇ ਉਸਤਤ ਕੀਤੀ। ਫਿਰ ਸਤਿਗੁਰੂ ਜੀ ਦੇ ਨੇੜੇ ਬਹਿ ਕੇ ਵਚਨ ਆਖਿਆ, ਇਹ ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਆ ਕਾਹਦੇ ਵਾਸਤੇ, ਇਹ ਕਿਵੇਂ ਜਿਹੜਾ ਫਕੀਰਾਂ ਵਾਲਾ ਭੇਖ ਸਰੀਰ ਦੇ ਉੱਤੇ ਧਾਰਨ ਕਰ ਲਿਆ ਹੈ? ਕਿਉਂਕਿ ਤੁਹਾਡੀ ਤਾਂ ਬੜੀ ਚੰਗੀ ਮੋਦੀ ਦੀ ਕਿਰਤ ਸੀ, ਬੜਾ ਮੋਦੀ ਖਾਨਾ ਹੱਟ ਸਾਹਿਬ ਸੋਹਣਾ ਚਲਾਉਂਦੇ ਸੀ ਤੇ ਬੜਾ ਧਨ ਦਾਨ ਵੀ ਕਰਦੇ ਸੀ। ਇਹ ਗੁਣਾਂ ਦੀ ਖਾਨ ਸਤਿਗੁਰੂ ਜੀ, ਆਪ ਜੀ ਸਭ ਕੁਝ ਕਿਉਂ ਛੱਡ ਛਡਾ ਕੇ ਬਹਿ ਗਏ ਹੋ ਇੱਥੇ? ਕਿਉਂਕਿ ਆਪ ਜੀ ਖਾਂਦੇ ਸੀ, ਖਰਚਦੇ ਸੀ, ਟੁੱਟ ਭੰਡਾਰੇ ਤੁਹਾਡੇ ਟੋਟੇ ਤੋਂ ਰਹਿਤ ਭਰੇ ਰਹਿੰਦੇ ਸਨ। ਵਸਤਰਾਂ ਦੀ, ਭੋਜਨ ਦੀ ਕੋਈ ਵੀ ਕਮੀ ਨਹੀਂ ਸੀ ਤੇ ਤੁਹਾਡਾ ਬੜਾ ਸੋਹਣਾ ਗੁਜ਼ਾਰਾ ਇਹ ਕੰਮਕਾਰ ਦੇ ਨਾਲ ਹੋ ਰਿਹਾ ਸੀ। ਬਹੁਤ ਧਨ ਦੇ ਨਾਲ ਤੁਹਾਡਾ ਘਰ ਭਰਿਆ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਦੱਸੋ ਕਿ ਉਹਦੇ ਵਿੱਚ ਕੋਈ ਘਾਟਾ ਪੈ ਗਿਆ ਜਾਂ ਫਿਰ ਜਿਹੜਾ ਨਰੇਸ਼ ਰਾਜਾ ਹੈ, ਨਵਾਬ ਦੌਲਤ ਖਾਂ, ਉਹਨੇ ਤੁਹਾਨੂੰ ਮੋਦੀ ਖਾਨੇ ਦਾ ਕੰਮ ਚਲਾਉਣ ਵਾਸਤੇ ਮਾਇਆ ਹੋਰ ਨਹੀਂ ਦਿੱਤੀ? ਆਪ ਜੀ ਕਿਰਪਾ ਕਰਕੇ ਦੱਸੋ ਵੀ ਕਿਹੜਾ ਕਾਰਨ ਬਣਿਆ ਤੁਸੀਂ ਮੋਦੀ ਖਾਨੇ ਦਾ ਕੰਮਕਾਜ ਤਿਆਗ ਦਿੱਤਾ, ਛੱਡ ਦਿੱਤਾ? ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਆ ਸਾਧੂ ਸੰਤਾਂ ਵਾਲਾ ਭੇਖ ਧਾਰਨ ਕੀਤਾ ਹੈ? ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨੇ ਦੇ ਬਚਨ ਸੁਣ ਕੇ ਬਾਣੀ ਬੋਲੇ,
ਬਾਣੀ ਉਹ ਵਚਨ, ਉਹ ਸਤਿਗੁਰੂ ਜੀ ਦੀ ਬਾਣੀ ਜਿਹੜੀ ਵਿਰਾਗ ਅਤੇ ਪ੍ਰੇਮ ਰਸ ਦੇ ਨਾਲ ਭਰਪੂਰ ਹੈ। ਮਰਦਾਨੇ ਤੋਂ ਪੂਰਬ ਵਾਰੀ ਕਹਿਣ ਲੱਗੇ ਭਾਈ ਮਰਦਾਨੇ, ਜਦੋਂ ਤੂੰ ਪਹਿਲਾਂ ਸਾਡੇ ਕੋਲ ਆਇਆ ਸੀ ਮਾਨਟਕ ਜਾਤਾ ਉਤਾਰੀ ਤੇ ਤੂੰ ਮੇਰੇ ਕੋਲ ਆ ਕੇ ਜਾਚਨਾ ਕੀਤੀ ਸੀ, ਇੱਛਾ ਪ੍ਰਗਟ ਕੀਤੀ ਸੀ। ਜਦੋਂ ਸਾਡਾ ਵਿਆਹ ਹੋਇਆ ਸੀ ਨਾ, ਉਸ ਵੇਲੇ ਆ ਕੇ ਤੂੰ ਕੋਈ ਮੰਗ ਮੰਗੀ ਸੀ। ਤਤ ਬਾਤ ਕੋ ਤਬ ਗੁਣ ਦੀਨੋ ਅਸੀਂ ਉਸ ਵੇਲੇ ਤੰਤ ਬਾਦਤ ਕੋ ਤਬ ਗੁਣ ਦੀਨੋ, ਤੰਤੀ ਸਾਜ਼ ਵਜਾਉਣ ਦਾ, ਰਬਾਬ ਵਜਾਉਣ ਦਾ, ਰਾਗ ਦਾ ਤੈਨੂੰ ਗੁਣ ਦਿੱਤਾ ਸੀ। ਹਰ ਕਾਮਣ ਮਨ ਹੋਤੈ ਦੀਨੋ ਤੇ ਤੂੰ ਬਹੁਤ ਖੁਸ਼ ਹੋ ਕੇ ਮਨ ਦੇ ਵਿੱਚ ਤੇ ਇਹ ਗੁਣ ਧਾਰਨ ਕਰ ਲਿਆ ਸੀ, ਸਿੱਖ ਲਿਆ ਸੀ। ਇਸੇ ਸਮੇਂ ਕੋ ਪੂਜੋ ਹੈਤੂ ਤੇ ਉਹ ਜਿਹੜਾ ਗੁਣ ਤੈਨੂੰ ਅਸੀਂ ਰਾਗ ਵਿਦਿਆ ਬਖਸ਼ੀ ਹੈ, ਉਸ ਗੁਣ ਨੂੰ ਵਰਤਣ ਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਾਣ ਲੈ, ਹੁਣ ਵੇਲਾ ਆ ਗਿਆ ਹੈ। ਅਵਰਨ ਕਾਰਜ ਸਮਤਨ ਹੈਤੂ ਹੇ ਸਮੱਤ ਦੇ ਘਰ ਬੁੱਧੀਵਾਨ ਮਰਦਾਨੇ, ਹੋਰ ਕੋਈ ਕਾਰਨ ਨਹੀਂ ਹੈ। ਨਿਰਵਾਸਨ ਮਮ ਸੰਗ ਹੀਜੈ ਤੇ ਹੁਣ ਤੁਸੀਂ ਦਿਨ ਰਾਤ ਹਮੇਸ਼ਾ ਸਾਡੇ ਨਾਲ ਰਹੋ। ਆਨ ਜਾਨ ਕੋ ਨਾ ਲੀਜੈ ਕਿਤੇ ਵੀ ਆਉਣ ਜਾਣ ਦਾ, ਤਲਵੰਡੀ ਸਹੁਰੇ ਕਿਤੇ ਹੋਰ ਰਿਸ਼ਤੇਦਾਰੀ ਵਿੱਚ ਨਾਂ ਨਹੀਂ ਲੈਣਾ ਅੱਜ ਤੋਂ ਬਾਅਦ। ਜਨਮ ਸੁਧਾਰ ਲਿਓ ਤੁਮ ਆਪਣਾ ਬਸ ਤੁਸੀਂ ਹੁਣ ਇੱਕ ਕੰਮ ਤੇ ਲੱਗ ਜਾਓ, ਆਪਣਾ ਜਨਮ ਸੁਧਾਰ ਲਵੋ। ਜਗਤ ਅਸਤ ਲਖੋ ਜਿਵ ਸੁਪਨਾ ਸੰਸਾਰ ਜਿਹੜਾ ਹੈ ਇਹਨੂੰ ਅਸਤ ਝੂਠਾ ਜਾਣ ਕੇ ਸੁਪਨੇ ਦੇ ਵਾਂਗੂ ਜਾਣੋ। ਸੋਵੈ ਮਦ ਗੁੜਾਕਾ ਜੋ ਲੋ ਇਹ ਸੰਸਾਰ ਜਿਹੜਾ ਇਹ ਅਸਤ ਹੈ, ਸੁਪਨੇ ਦੀ ਨਿਆਈ ਹੈ। ਤੇ ਜਦੋਂ ਕਹਿੰਦੇ ਕੋਈ ਮਨੁੱਖ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਵੇ, ਸੁਪਨਾ ਸਤ ਭਾਸ ਹੈ ਕੌਲੋ ਉਹਨੂੰ ਸੁਪਨਾ ਆਉਣਾ ਸ਼ੁਰੂ ਹੋ ਜਾਵੇ ਤੇ ਉਹਨੂੰ ਸੁਪਨਾ ਬਿਲਕੁਲ ਸੱਚਾ ਲੱਗਦਾ ਹੈ। ਜਬ ਜਾਗੈ ਤਬ ਸੂਝੀ ਪਰ ਜਦੋਂ ਉਹੀ ਮਨੁੱਖ ਨੂੰ ਜਾਗ ਆ ਜਾਂਦੀ ਹੈ, ਨੀਂਦ ਖੁੱਲ ਜਾਂਦੀ ਹੈ, ਸੋਨ ਪਦਾਰਥ ਪੂਰਾ ਉਸ ਵੇਲੇ ਨੂੰ ਸੋਝੀ ਆ ਜਾਂਦੀ ਹੈ ਵੀ ਸੁਪਨੇ ਵਿੱਚ ਮੈਂ ਜਿਹੜੇ ਪਦਾਰਥ ਦੇਖਦਾ ਰਿਹਾ ਉਹ ਤਾਂ ਕੂੜ ਝੂਠੇ ਹਨ। ਯਗਤ ਪਦਾਰਥ ਤਸ ਲਗੋ ਇਸੇ ਪ੍ਰਕਾਰ ਸੰਸਾਰ ਦੇ ਪਦਾਰਥਾਂ ਨੂੰ ਜਾਣੋ। ਗਿਆਨ ਭਏ ਤੇ ਦੂਰ ਜਦੋਂ ਗਿਆਨ ਹੋ ਜਾਂਦਾ ਹੈ, ਗਿਆਨ ਰੂਪੀ ਅਵਸਥਾ ਵਿੱਚ ਮਨੁੱਖ ਜਾਗਦਾ ਹੈ ਤੇ ਉਸ ਵੇਲੇ ਸੰਸਾਰ ਦੇ ਪਦਾਰਥ ਜਿਹੜੇ ਇਹ ਦੂਰ ਹੋ ਜਾਂਦੇ ਹਨ। ਜੋ ਬਈ ਸ੍ਰੀ ਨਾਨਕ ਬਖਸ਼ ਸੁਨੇ ਸੁਭਾਗ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਵੱਡਿਆਂ ਭਾਗਾਂ ਵਾਲੇ ਭਾਈ ਮਰਦਾਨੇ ਨੇ ਸੁਣੇ। ਭਇਓ ਸਹਿਜੀਰ ਦੇ ਵਿਰੰਗ ਮਨ ਦੇ ਵਿੱਚ ਸਹਿਜ ਅਵਸਥਾ ਆ ਗਈ, ਟਿਕਾ ਆ ਗਿਆ, ਵਿਰਾਗ ਪੈਦਾ ਹੋ ਗਿਆ। ਜਾਣੇ ਨਾਮ ਅਗਿਆਨ ਮਕਾਮੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਨਾਮ ਅਗਿਆਨਤਾ ਨੂੰ ਖਤਮ ਕਰ ਦਿੰਦਾ ਹੈ, ਤੇ ਉਪਦੇਸ਼ ਬੋਧ ਕਿਉ ਨਾ ਆਵੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਨਾਮ ਲਿਆ ਅਗਿਆਨ ਦੂਰ ਹੋ ਜਾਂਦਾ ਤੇ ਆਪ ਆਪਣੇ ਮੁਖ ਤੋਂ ਜਦੋਂ ਉਹ ਉਪਦੇਸ਼ ਕਰਨਗੇ ਤੇ ਫਿਰ ਗਿਆਨ ਕਿਉਂ ਨਾ ਹੋਵੇ। ਬਿਗਤ ਬਦਨ ਤੇ ਬਚਨ ਪ੍ਰਕਾਸ਼ਾ ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਤਾਈਂ ਬਚਨ ਕੀਤੇ। ਸਾਧਨ ਕਰਨ ਕੇ ਆਸਾ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗਾ ਕਿ ਮਹਾਰਾਜ ਹੁਣ ਤੁਹਾਡੇ ਕੋਲੋਂ ਜਾਣ ਦੀ ਮੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਪਾਸੇ ਜਾਣ ਦੀ ਇੱਛਾ ਆਸਾ ਨਹੀਂ ਹੈ। ਤੁਮ ਕਾਰਜੋ ਮਮ ਆਗਨਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਕਾਰਜ ਜੇਕਰ ਮੇਰੇ ਕਰਕੇ ਹੁੰਦਾ ਹੈ ਕਰੋ ਕਿਉ ਨਾ ਮੈਂ ਹੋਏ ਛਲਹੀਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਛਲ ਫਰੇਬ ਤੋਂ ਰਹਿਤ ਹੋ ਕੇ ਫਿਰ ਕਿਉਂ ਨਾ ਕਰਾਂਗਾ। ਤੁਮਰੇ ਦਰਸ ਕਰਨ ਮਨ ਲਿਆ ਤੁਹਾਡੇ ਦਰਸ਼ਨਾਂ ਨੇ ਮੇਰੇ ਮਨ ਨੂੰ ਖਿੱਚ ਲਿਆ ਹੈ। ਏਕ ਆਸ ਨਾਸੀ ਅਬ ਬੀਥੀ ਲਿਆ ਮਹਾਰਾਜ ਸੱਚੇ ਪਾਤਸ਼ਾਹ ਹੋਰ ਆਸਾਂ ਸਾਰੀਆਂ ਖਤਮ ਹੋ ਗਈਆਂ, ਨਾਸ਼ ਹੋ ਗਈਆਂ, ਸਿਰਫ ਤੁਹਾਡੀ ਹੀ ਆਸਾ ਹੈ। ਜਗਤ ਕਾਰਨ ਤੇ ਵੀ ਸ਼ਾਂਤੀ ਜਗਤ ਦੇ ਵਿੱਚ ਜਿੰਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਵਿਕਾਰ ਹੈ ਉਹਨਾਂ ਤੋਂ ਵੀ ਮੇਰਾ ਮਨ ਸ਼ਾਂਤ ਹੋ ਗਿਆ, ਸ਼ਾਂਤੀ ਆ ਗਈ ਹੈ। ਔਰ ਆਨੰਦ ਉਪਜੈ ਲੋ ਪਾਂਤੀ ਮੇਰੇ ਹਿਰਦੇ ਦੇ ਵਿੱਚ, ਮੇਰੇ ਦਿਲ ਦੇ ਵਿੱਚ ਬਹੁਤ ਪ੍ਰਕਾਰ ਦਾ ਆਨੰਦ ਪੈਦਾ ਹੋ ਗਿਆ ਹੈ। ਕਿਲ ਦਿਲ ਕਰੋ ਬਿਆਨ ਅਬ ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡਾ ਸੰਗ ਛੱਡ ਕੇ ਕਿਹੜੀ ਦਿਸ਼ਾ ਨੂੰ ਪਿਆਨਾ ਕਰਨਾ, ਕਿੱਧਰ ਜਾਣਾ ਹੈ। ਸੰਗ ਦੇ ਕਰ ਮੋਹ ਤੇ ਮਹਾਰਾਜ ਮੈਨੂੰ ਇਹ ਦੱਸੋ ਵੀ ਮੈਨੂੰ ਨਾਲ ਲੈ ਕੇ ਆਪ ਜੀ ਕਿਹੜੀ ਤਰਫ ਜਾਓਗੇ। ਸੁਣ ਮਰਦਾਨੇ ਦੇ ਬਚਨ ਭਾਈ ਮਰਦਾਨੇ ਦੇ ਵਚਨ ਸੁਣ ਕੇ ਬੋਲੇ ਆਨੰਦ ਸਤਿ ਸਤਿਗੁਰੂ ਗੁਰੂ ਨਾਨਕ ਦੇਵ ਜਿਹੜੇ ਪੂਰਨ ਆਨੰਦ ਸਰੂਪ ਹਨ ਬੋਲੇ। ਕਉ ਬਈ
ਨਹੀਂ ਪ੍ਰਥਮ ਹੈ ਕੋਈ ਵਿਚਾਰਾ। ਸਤਿਗੁਰੂ ਕਹਿੰਦੇ ਭਾਈ ਮਰਦਾਨਾ ਜੀ ਇਹ ਸਾਡੇ ਮਨ ਦੇ ਵਿੱਚ ਹਾਲੇ ਤੱਕ ਕੋਈ ਵਿਚਾਰ ਨਹੀਂ ਕਿੱਧਰ ਨੂੰ ਜਾਣਾ ਹੈ। ਕਹਿੰਦੇ ਜਾਣੈ ਸ੍ਰੀ ਕਰਤਾਰਾ। ਬਸ ਭਾਈ ਮਰਦਾਨੇ ਇਹ ਸਮਝ ਲੈ ਵੀ ਜਿੱਧਰ ਨੂੰ ਕਰਤਾਰ ਅਕਾਲ ਪੁਰਖ ਵਾਹਿਗੁਰੂ ਲੈ ਜਾਊ ਉਧਰ ਹੀ ਚਲੇ ਜਾਵਾਂਗੇ। ਸੰਗ ਹਰਿ ਖਾਏ। ਬਸ ਖੁਸ਼ੀ ਦੇ ਸਹਿਤ ਉਧਰ ਨੂੰ ਆਪਾਂ ਚਾਲਾ ਮਾਰ ਦੇਣਾ ਹੈ। ਉਹ ਲੋਕ ਪਾਵਨ ਦੇ ਬਹਾਏ। ਹਾਂ ਲੋਭ ਮੋਹ ਆਦਿਕ ਨੂੰ ਹਿਰਦੇ ਦੇ ਵਿੱਚੋਂ ਤਿਆਗ ਕੇ ਸੁਣ ਪ੍ਰਭ ਏਕ ਕਟਣ ਬਿਦ ਮੋਹ। ਉਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਗੱਲ ਤੁਹਾਡੀ ਠੀਕ ਹੈ, ਬਚਨ ਤੁਹਾਡਾ ਸੱਤ ਹੈ, ਮੈਂ ਮੰਨਦਾ ਵੀ ਹੈ, ਪਰ ਇੱਕ ਗੱਲ ਦੀ ਕਠਿਨਾਈ ਹੈ, ਇੱਕ ਸਮੱਸਿਆ ਮੇਰੇ ਸਾਹਮਣੇ, ਇੱਕ ਪ੍ਰੋਬਲਮ ਖੜੀ ਹੈ। ਸੋ ਦੋਵੇਂ ਤਰਫਾਂ ਤੋਂ ਕਹਿੰਦੇ ਮੇਰੇ ਵਾਸਤੇ ਇਹ ਮੁਸ਼ਕਲ ਗੱਲ ਆ ਬਣੀ ਹੈ। ਤੁਹਾਡੇ ਆ ਘਰ-ਬਾਰ ਤਿਆਗਣ, ਮੋਦੀ ਖਾਨੇ ਨੂੰ ਤਿਆਗਣ ਦੀ ਜਿਹੜੀ ਖਬਰ ਹੈ ਜਦੋਂ ਤੁਹਾਡੇ ਮਾਤਾ ਪਿਤਾ ਨੇ ਸੁਣੀ ਸੀ ਉਸ ਵੇਲੇ ਮੈਨੂੰ ਘਰੋਂ ਬੁਲਾਇਆ ਸੀ ਤੇ ਤੁਹਾਡੀ ਰਾਜੀ ਖੁਸ਼ੀ ਪੁੱਛਣ ਵਾਸਤੇ ਮੈਨੂੰ ਜਲਦੀ ਨਾਲ ਭੇਜਿਆ। ਤੇ ਮਹਾਰਾਜ ਮੈਂ ਵੀ ਉਹਨਾਂ ਦਾ ਵਚਨ ਮੰਨ ਕੇ ਬਿਨਾਂ ਦੇਰੀ ਤੋਂ ਦੌੜ ਕੇ ਆਇਆ ਹਾਂ। ਤੇ ਮਹਾਰਾਜ ਇੱਧਰੋਂ ਮੇਰੇ ਵਾਪਸ ਮੁੜਨ ਦੀ, ਮੇਰੇ ਤੋਂ ਤੁਹਾਡੀ ਰਾਜੀ ਖੁਸ਼ੀ ਪੁੱਛਣ ਦੀ ਉਹ ਉਡੀਕ ਕਰਦੇ ਹੋਣਗੇ। ਤੇ ਆਪ ਜੀ ਦੇ ਬਾਰੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਚਿੰਤਾ ਫਿਕਰ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਜਿਹੜੀ ਇਹ ਆਗਿਆ ਹੈ ਕੋਲੇ ਰਹਿਣ ਦੀ, ਇਸ ਕਰਕੇ ਮੇਰੇ ਵਾਸਤੇ ਇਹ ਮੁਸ਼ਕਲ ਆ ਬਣੀ ਹੈ ਵੀ ਉਧਰ ਵੀ ਮੈਂ ਵਚਨ ਦੇ ਕੇ ਆਇਆ ਤੇ ਇਧਰ ਆਪ ਜੀ ਨੇ ਵਚਨ ਕੀਤਾ ਹੈ ਕਿ ਸਾਡੇ ਕੋਲੇ ਰਹੋ। ਤੇ ਮਹਾਰਾਜ ਤੁਸੀਂ ਮੈਨੂੰ ਹੁਕਮ ਜੋ ਕਰ ਦਿੱਤਾ ਕਿ ਹੁਣ ਜਾਣਾ ਨਹੀਂ, ਤੇ ਮੇਰਾ ਤਾਂ ਜਾਣਾ ਬਣਦਾ ਨਹੀਂ, ਤੁਹਾਡਾ ਵਚਨ ਮੰਨਣਾ ਬਣਦਾ ਹੈ ਹੁਣ। ਤੇ ਮਹਾਰਾਜ ਸੱਚੇ ਪਾਤਸ਼ਾਹ ਜੇ ਮੈਂ ਨਹੀਂ ਜਾਂਦਾ ਤੇ ਤੁਹਾਡੇ ਮਾਤਾ ਪਿਤਾ ਉਹ ਬੜੇ ਚਿੰਤਾਤੁਰ ਹੋਣਗੇ, ਬੜਾ ਉਹਨਾਂ ਨੂੰ ਫਿਕਰ ਲੱਗਿਆ ਰਹੇਗਾ। ਸ਼ੋਭਾ ਵਾਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਸੁਣ ਭਾਈ ਮਰਦਾਨੇ, ਕਹਿੰਦੇ ਉਵੇਂ ਕਰ ਲਾ ਜਿਵੇਂ ਤੂੰ ਆਪਣੇ ਮਨ ਵਿੱਚ ਭਲਾ ਮੰਨਦਾ ਹੈ, ਚੰਗਾ ਸਮਝਦਾ ਹੈ। ਬਾਕੀ ਬਈ ਮਰਦਾਨੇ ਮੇਰੇ ਨਾਲ ਰਹਿਣਾ ਨਾ ਜਿਹੜਾ ਇਹ ਬਹੁਤ ਮੁਸ਼ਕਲ ਹੈ। ਇਹ ਸਮਝ ਲਓ ਵੀ ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਜਿਵੇਂ ਕਹਿੰਦੇ ਕੋਈ ਮਨੁੱਖ ਸੜਦਾ ਹੋਵੇ ਤੇ ਕਹਿੰਦੇ ਜਿਹੜਾ ਤ੍ਰਿਸ਼ਨਾ ਦੀ ਅਗਨੀ ਮਨ ਦੇ ਵਿੱਚ ਥੋੜੀ ਬਹੁਤੀ ਜੇ ਤੇਰੇ ਹੈ ਨਾ ਤੇ ਉਹ ਸੰਤੋਖ ਦੇ ਪਾਣੀ ਦੇ ਨਾਲ ਬੁਝਦੀ ਹੈ। ਤੇ ਸਾਡੀ ਸੰਗਤ ਕਰੇਗਾ ਤੇ ਕਹਿੰਦੇ ਇਸੇ ਤਰੀਕੇ ਦੇ ਨਾਲ ਕਹਿੰਦੇ ਤੈਨੂੰ ਵੀ ਸਤ ਸੰਤੋਖ ਧਾਰਨਾ ਪਵੇਗਾ। ਤੇ ਜੇ ਤੂੰ ਚਾਹੁੰਦਾ ਹੈ ਬਈ ਮੈਨੂੰ ਇਹ ਭੋਜਨ ਪ੍ਰਸ਼ਾਦਾ ਵਧੀਆ ਮਿਲੇ, ਚੰਗੇ ਵਸਤਰ ਮਿਲਣ, ਤੇ ਫਿਰ ਤਾਂ ਕਹਿੰਦੇ ਪਿਤਾ ਮਹਿਤਾ ਕਾਲੂ ਜੀ ਦੇ ਕੋਲੇ ਰਹੇ, ਉਹਨਾਂ ਕੋਲੇ ਮਿਲਣਗੇ। ਪਰ ਜੇ ਸਾਡੇ ਕੋਲੇ ਰਹੇਗਾ ਤੇ ਤੈਨੂੰ ਕਹਿੰਦੇ ਨਾ ਕਹਿੰਦੇ ਛਕਣ ਵਾਸਤੇ ਭੋਜਨ ਪ੍ਰਸ਼ਾਦਾ ਸਮੇਂ ਨਾਲ ਮਿਲਣਾ ਹੈ, ਨਾ ਪਹਿਨਣ ਵਾਸਤੇ ਚੰਗੇ ਵਸਤਰ ਮਿਲਣਗੇ। ਜੇ ਹਾਂਜੀ ਹਾਂ ਜੇਕਰ ਕਹਿੰਦੇ ਸੁੱਖਾਂ ਨੂੰ ਭੋਗਣ ਦੀ ਤੇਰੇ ਮਨ ਦੇ ਵਿੱਚ ਜਿਹੜੀ ਵੱਡੀ ਇੱਛਾ ਹੈ ਫਿਰ ਕਹਿੰਦੇ ਪਿਤਾ ਮਹਿਤਾ ਕਾਲੂ ਜੀ ਦੇ ਕੋਲੇ ਜਾ ਕੇ ਤਲਵੰਡੀ ਰਹੋ। ਉੱਥੇ ਕਹਿੰਦੇ ਤੈਨੂੰ ਪਰਿਵਾਰ ਦੇ ਵਿੱਚ ਮਿਲਣਾ ਬੈਠਣਾ ਵੀ ਮਿਲੇਗਾ। ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਕਹਿੰਦੇ ਉੱਥੇ ਤੈਨੂੰ ਮਿਲ ਜਾਣਗੀਆਂ, ਘਰ ਦੇ ਵਿੱਚ ਮਿਲ ਸਕਦੀਆਂ ਹਨ। ਤੇ ਜੇਕਰ ਭਾਈ ਮਰਦਾਨੇ ਸਾਡੇ ਨਾਲ ਰਹਿਣਾ ਹੈ ਫਿਰ ਸਾਡੇ ਨਾਲ ਤਾਂ ਨੰਗ ਭੁੱਖ ਹੀ ਹੈ। ਤੇ ਤੀਜੀ ਗੱਲ ਜਿਹੜਾ ਰਹਿਣਾ ਵੀ ਜੰਗਲਾਂ ਦੇ ਵਿੱਚ ਪਊਗਾ, ਬੈੱਡ ਨਹੀਂ ਮਿਲਣੇ, ਕੋਈ ਬਿਸਤਰਾ ਨਹੀਂ ਵਿਛਾਇਆ ਹੋਇਆ ਮਿਲਣਾ, ਹੇਠਾਂ ਭੂਮਾਸਣ ਹੀ ਕਰਨਾ ਪੈਣਾ ਹੈ। ਮੇਰੇ ਨਾਲ ਕਹਿੰਦੇ ਰਹਿਣਾ ਤਾਂ ਬਣਦਾ ਹੈ ਜੇ ਇਹ ਤਿੰਨੇ ਚੀਜ਼ਾਂ ਹਿਰਦੇ ਵਿੱਚ ਪ੍ਰਵਾਨ ਕਰਦਾ, ਭੁੱਖਾ ਵੀ ਰਹਿ ਲਏਗਾ, ਵਸਤਰਾਂ ਬਿਨਾਂ ਵੀ ਰਹਿ ਲਏਗਾ,
ਤੇ ਭੂਮਾਸਣ ਵੀ ਕਰ ਲੇਗਾ, ਬਿਸਤਰਾ ਨਹੀਂ ਮਿਲੇਗਾ, ਤਿੰਨੇ ਚੀਜ਼ਾਂ ਪ੍ਰਵਾਨ ਆ ਤਾਂ ਸਾਡੇ ਨਾਲ ਰਹਿ ਸਕਦਾ ਹੈ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗਾ, ਮਹਾਰਾਜ ਤ੍ਰਿਸ਼ਨਾ ਤਾਂ ਮੇਰੇ ਮਨ ਵਿੱਚੋਂ ਤੁਹਾਡੀ ਕਿਰਪਾ ਨਾਲ ਮੁੱਕ ਚੁੱਕੀ, ਖਤਮ ਹੋ ਚੁੱਕੀ ਹੈ, ਤੇ ਕਿਤੇ ਵੀ ਹੋਰ ਆਉਣ ਜਾਣ ਦੀ ਜਿਹੜੀ ਆਸ਼ਾ ਹੈ, ਇੱਛਾ ਹੈ, ਉਹ ਵੀ ਖਤਮ ਹੋ ਗਈ ਹੈ। ਕਿਉਂਕਿ ਮਹਾਰਾਜ ਮੈਨੂੰ ਤੁਹਾਡੇ ਸਮਾਨ, ਤੁਹਾਡੇ ਸਦਰਸ਼, ਤੁਹਾਡੇ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਿਹਨੇ ਸੂਰਜ ਨੂੰ ਵੇਖ ਲਿਆ ਤੇ ਉਹਨੂੰ ਫਿਰ ਟਟਹਿਣਾ ਕਿਵੇਂ ਭਾਵੇਗਾ? ਉਹਨੇ ਟਟਹਿਣੇ ਦੀ ਰੌਸ਼ਨੀ ਤੋਂ ਕਿ ਲੈਣਾ, ਕਿਉਂਕਿ ਸੂਰਜ ਬਹੁਤ ਰੌਸ਼ਨੀ ਕਰਨ ਵਾਲਾ ਜੋ ਮਿਲ ਗਿਆ। ਮਹਾਰਾਜ ਮੈਂ ਮਨ ਵਿੱਚ ਠਾਣ ਲਈ ਹੈ, ਪੱਕੀ ਕਰ ਲਈ ਹੈ ਕਿ ਤੁਹਾਡੇ ਸੰਗ ਹੀ ਰਹਾਂਗਾ। ਉਸ ਵੇਲੇ ਭਾਈ ਮਰਦਾਨਾ ਜੀ ਤੋਂ ਇਹ ਬਚਨ ਸੁਣ ਕੇ ਸ਼ੋਭਾਵਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਮਿੱਠੀ ਬਾਣੀ ਬੋਲੇ। ਕਹਿਣ ਲੱਗੇ, ਭਾਈ ਮਰਦਾਨਾ ਫਿਰ ਕਹਿੰਦੇ ਜੇ ਸਾਡੇ ਨਾਲ ਰਹਿਣ ਦੀ ਤੂੰ ਪੱਕੀ ਧਾਰਨ ਕਰ ਹੀ ਲਈ ਆ ਨਾ, ਕਹਿੰਦੇ ਜਾਓ ਸੁਲਤਾਨਪੁਰ ਨਗਰ ਦੇ ਵਿੱਚ ਦੇਖ ਕੇ ਕਿਸੇ ਪਾਸੋਂ ਰਬਾਬ ਲੈ ਕੇ ਆਓ, ਕੋਈ ਵਧੀਆ ਸੋਹਣੀ ਸੁੰਦਰ ਰਬਾਬ ਲੈ ਕੇ ਆਓ ਦੇਖ ਕੇ, ਤੇ ਇੱਥੇ ਆ ਕੇ ਵਜਾਓ। ਭਾਈ ਮਰਦਾਨਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਅੱਜ ਤੱਕ ਰਬਾਬ ਨਾਲ ਕਦੇ ਗਾਇਆ ਨਹੀਂ, ਤੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਇਹੋ ਜਿਹਾ ਤੰਤੀ ਸਾਜ਼ ਆਪਣੇ ਹੱਥੀਂ ਵਜਾ ਕੇ ਦੇਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਈ ਦਿਨ ਲੱਗ ਜਾਣਗੇ, ਕਈ ਦਿਨਾਂ ਵਿੱਚ ਮੈਂ ਹੌਲੀ ਹੌਲੀ ਸਿੱਖ ਲਵਾਂਗਾ ਸਹਿਜੇ ਸਹਿਜੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਰਬਾਬ ਵਜਾ ਵੀ ਦੇਵਾਂਗਾ ਤੇ ਤੁਹਾਡੇ ਸਾਹਮਣੇ ਬੈਠ ਕੇ ਗਾ ਵੀ ਲਵਾਂਗਾ। ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਭਾਉਣ ਵਾਲੇ ਸੋਹਣੇ ਬਚਨ ਬੋਲੇ। ਕਹਿੰਦੇ ਭਾਈ ਮਰਦਾਨਾ ਚੇਤੇ ਕਰ, ਤੈਨੂੰ ਗਾਉਣ ਦਾ ਗੁਣ ਤੇ ਵਜਾਉਣ ਦਾ ਗੁਣ ਅਸੀਂ ਪਹਿਲੇ ਹੀ ਬਖਸ਼ਿਸ਼ ਕਰ ਦਿੱਤਾ ਹੈ। ਕਹਿੰਦੇ ਉਹ ਗੁਣ ਜਿਹੜਾ ਤੂੰ ਲਿਆ ਸੀ ਸਾਡੇ ਵਿਆਹ ਦੇ ਮੌਕੇ ਜਦੋਂ ਮੰਗ ਕਰਨ ਆਇਆ ਸੀ, ਮਹਾਰਾਜ ਮੈਨੂੰ ਕੁਝ ਬਖਸ਼ੋ, ਕਹਿੰਦੇ ਉਹ ਗੁਣ ਲੈ ਕੇ ਤੂੰ ਕਿਵੇਂ ਵਰਤਿਆ, ਕੀ ਕੀਤਾ ਹੈ? ਜਿਹੜਾ ਪਹਿਲਾਂ ਆ ਕੇ ਤੂੰ ਗੁਣ ਸਾਡੇ ਕੋਲੋਂ ਲਿਆ ਸੀ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਮੈਨੂੰ ਗੁਣ ਦਿੱਤਾ ਸੀ ਮਹਾਰਾਜ ਉਹ ਮੈਂ ਕਿਤੇ ਖਰਚ ਨਹੀਂ ਕੀਤਾ, ਭਾਵ ਮੈਂ ਕਦੇ ਉਹ ਗੁਣ ਨੂੰ ਵਰਤਿਆ ਹੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਭਾਈ ਮਰਦਾਨੇ ਸਾਡਾ ਵਚਨ ਨਾ ਮੋੜ, ਨਗਰ ਸੁਲਤਾਨਪੁਰ ਵਿੱਚ ਜਾ ਕਿਸੇ ਰਬਾਬੀ ਕਿਸੇ ਰਾਗੀ ਢਾਡੀ ਦੇ ਕੋਲੋਂ ਰਬਾਬ ਲਿਆ ਕੇ ਵਜਾ ਕੇ ਦਿਖਾ ਦੇ। ਉਸ ਵੇਲੇ ਜਲਦੀ ਦੇ ਨਾਲ ਸਤਿਗੁਰੂ ਦੇ ਬਚਨ ਸੁਣਦਾ ਹੀ ਭਾਈ ਮਰਦਾਨਾ ਉੱਠ ਖਲੋਤਾ, ਨਗਰ ਸੁਲਤਾਨਪੁਰ ਦੇ ਵਿੱਚ ਚਲਿਆ ਗਿਆ ਕਿ ਮੈਨੂੰ ਪਤਾ ਲੱਗੇ ਵੀ ਕਿੱਥੋਂ ਰਬਾਬ ਮਿਲ ਸਕਦੀ ਹੈ। ਪਠਾਨ ਜਿਹੜਾ ਨਵਾਬ ਦੌਲਤ ਖਾਂ ਇਹਦੇ ਸਾਹਮਣੇ ਖੜ ਕੇ ਦਾ ਜਸ ਕਰਦਾ ਹੋਇਆ ਇੱਕ ਢਾਡੀ ਗਾਉਂਦਾ ਹੁੰਦਾ ਸੀ। ਉਹਨੂੰ ਦੇਖ ਕੇ ਉਸੇ ਜਗ੍ਹਾ ਭਾਈ ਮਰਦਾਨਾ ਬਹਿ ਗਿਆ। ਜਦੋਂ ਇਹ ਪਠਾਨ ਆਪਣੇ ਘਰ ਵਾਪਸ ਗਿਆ, ਉਸ ਵੇਲੇ ਭਾਈ ਮਰਦਾਨਾ ਜੀ ਨੇ ਉਹਦੇ ਨਾਲ ਜਾ ਕੇ ਵਚਨ ਕੀਤੇ। ਕਹਿਣ ਲੱਗਾ, ਇੱਕ ਬੜਾ ਸ਼ੁਭ ਮਨੁੱਖ, ਬੜਾ ਚੰਗੀ ਕਰਨੀ ਕਮਾਈ ਵਾਲਾ ਮਹਾਂਪੁਰਖ ਉਹ ਤੁਹਾਨੂੰ ਪੁਕਾਰਦਾ ਯਾਦ ਕਰਦਾ ਹੈ। ਇਹ ਢਾਡੀ ਚੱਲ ਮੇਰੇ ਨਾਲ ਉਹਦੇ ਪਾਸ। ਉਸ ਢਾਡੀ ਨੂੰ ਉਸੇ ਸਮੇਂ ਭਾਈ ਮਰਦਾਨਾ ਜੀ ਨਾਲ ਲੈ ਕੇ ਆ ਗਿਆ ਉੱਥੇ ਜਿੱਥੇ ਸਤਿਗੁਰੂ ਕਿਰਪਾਲੂ ਸਤਿਗੁਰੂ ਨਾਨਕ ਦੇਵ ਜੀ ਬੈਠੇ ਹਨ। ਸਤਿਗੁਰੂ ਜੀ ਸਮਾਧੀ ਸਥਿਤ ਹਨ, ਨੈਣ ਅਣਖੁੱਲੇ, ਨੇਤਰ ਬੰਦ ਕੀਤੇ ਹੋਏ ਹਨ। ਸਤਿਗੁਰੂ ਜੀ ਦਾ ਜਿਹੜਾ ਮੁਖ ਬੜਾ ਚਮਕ ਰਿਹਾ, ਪ੍ਰਕਾਸ਼ ਰਿਹਾ ਸ਼ੋਭਾ ਦੇ ਸਹਿਤ, ਜਿਹੜਾ ਸਤਿਗੁਰੂ ਜੀ ਦਾ ਮੁਖਾਰ ਬਿੰਦ ਦੁੱਖਾਂ ਨੂੰ ਦਲ ਮਲਣ ਵਾਲਾ ਹੈ। ਉਸ ਵੇਲੇ ਢਾਡੀ ਜਿਹੜਾ ਇਹ ਆਪਣੇ ਹੱਥ ਵਿੱਚ ਰਬਾਬ ਲੈ ਕੇ ਇਹਨੇ ਤਾਰ ਛੇੜੀ, ਰਬਾਬ ਦੀ ਸੁਰਾਂ ਲਾਈਆਂ।
ਬਚਨ ਪੰਕਜ ਬਿਰਸੇ। ਰਬਾਬ ਵੱਜਣ ਦੀ ਆਵਾਜ਼ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਕਮਲਾਂ ਵਰਗੇ ਨੇਤਰ ਖੋਲ੍ਹੇ। ਭਜੈ ਨਾਥ ਗੁਰ ਬਰ ਨਰ ਤਿਕਸੇ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਜਿਹੜਾ ਭਾਈ ਕੋਈ ਯਾਦ ਨਹੀਂ ਕਰਦਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਨਹੀਂ ਲੈਂਦਾ ਨਾ, ਕਵੀ ਜੀ ਕਹਿੰਦੇ ਉਸ ਮਨੁੱਖ ਦਾ ਤਾਂ ਜਨਮ ਧਰਕਾਰ ਦੇ ਯੋਗ ਹੈ। ਭੰਨੇ ਬਚਨ ਤੂੰ ਲੈ ਮਰਦਾਨਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਭਾਈ ਮਰਦਾਨੇ ਇਹ ਰਬਾਬ ਹੁਣ ਤੂੰ ਲੈ ਆਪਣੇ ਹੱਥ ਵਿੱਚ, ਤਾਰ ਵਜਾਵੋ ਰਾਗ ਨਿਧਾਨਾ। ਤੇ ਰਾਗਾਂ ਦੇ ਖਜ਼ਾਨੇ ਭਾਈ ਮਰਦਾਨੇ ਇਹ ਰਬਾਬ ਦੀ ਤਾਰ ਹੁਣ ਤੂੰ ਵਜਾ। ਆਏ ਸਮਾਨ ਪਾਨ ਮੈਂ ਲੀਨਾ। ਸਤਿਗੁਰੂ ਜੀ ਦੀ ਆਗਿਆ ਮੰਨ ਕੇ ਰਬਾਬ ਨੂੰ ਭਾਈ ਮਰਦਾਨੇ ਨੇ ਹੱਥਾਂ ਵਿੱਚ ਲੈ ਲਿਆ ਤਾਰ ਵਜਾਵਨ ਮੀਨਾ। ਤੇ ਬੜੇ ਸੁਰ ਤਾਲ ਦੇ ਵਿੱਚ ਭਾਈ ਮਰਦਾਨੇ ਨੇ ਉਸ ਵੇਲੇ ਰਬਾਬ ਵਜਾਈ। ਸੁਨ ਬਨ ਕੇ ਜਗ ਕਿਤ ਸੁਨੈ। ਉਸ ਵੇਲੇ ਭਾਈ ਮਰਦਾਨੇ ਨੇ ਜਦੋਂ ਰਬਾਬ ਦੀਆਂ ਤਰਬਾਂ ਨੂੰ ਛੇੜਿਆ ਨਾ, ਸੁਰਾਂ ਨੂੰ ਛੇੜਿਆ, ਰਬਾਬ ਦਾ ਰਾਗ ਸੁਣ ਕੇ, ਆਵਾਜ਼ ਸੁਣ ਕੇ ਜੰਗਲ ਦੇ ਵਿੱਚ ਜਿੰਨੇ ਵੀ ਸਾਧ ਸੰਗਤ ਜੀ ਦਰਖਤ ਸਨ, ਚੋਮਨ ਰਸ ਵਡ ਲਾਗ। ਉਹਨਾਂ ਦੇ ਵਿੱਚੋਂ ਰਸ ਚੋਣ ਲੱਗ ਪਿਆ। ਬਰਨ ਬਰਨ ਬਰ ਬਿਹੰਗ ਦੇ। ਅਨੇਕਾਂ ਰੰਗਾਂ ਰੰਗਾਂ ਦੇ ਜਿਹੜੇ ਪੰਛੀ ਸਨ, ਹੋਂਗੇ ਬਿਨਾ ਰਾਗ। ਉਹਨਾਂ ਦੇ ਹਿਰਦੇ ਦੇ ਵਿੱਚ ਵੀ ਬੜਾ ਪ੍ਰੇਮ ਪੈਦਾ ਹੋ ਗਿਆ। ਗਾਵਈ ਤੀਰ ਸਪੀਡ ਰਹੀ ਸਰੋਈ। ਤੇਜ਼ ਹਵਾ ਜਿਹੜੀ ਚੱਲ ਰਹੀ ਸੀ, ਭਾਈ ਮਰਦਾਨੇ ਦੀ ਰਬਾਬ ਦਾ ਰਾਗ ਸੁਣ ਕੇ ਹਵਾ ਵੀ ਖੜ ਗਈ। ਕਾਨ ਹੋਏ ਸਭ ਕੋਈ। ਔਰ ਜਿਨ੍ਹਾਂ ਨੇ ਵੀ ਇਹ ਰਬਾਬ ਦੀਆਂ ਤਾਨਾਂ ਨੂੰ, ਆਵਾਜ਼ਾਂ ਨੂੰ ਸੁਣਿਆ, ਸੁਰਾਂ ਨੂੰ ਸੁਣਿਆ, ਸਾਰੇ ਮੋਹੇ ਗਏ। ਜੜ ਚੇਤਨ ਵਹਿ ਗਏ। ਜਿੰਨੇ ਜੜ ਸਨ, ਹਿਲ ਨਹੀਂ ਸਕਦੇ ਸੀ ਆਪਣੇ ਜਗ੍ਹਾ ਤੋਂ, ਉਹ ਸਾਰੇ ਚੇਤਨ ਹੋ ਗਏ। ਚੇਤਨ ਸੇ ਜੜਵਤ ਭਏ। ਤੇ ਜਿਹੜੇ ਪੰਛੀ ਆਦਿਕ ਚੇਤਨ ਸਨ, ਇੱਕ ਦੂਜੇ ਜਗ੍ਹਾ ਤੇ ਉੱਡ ਕੇ ਜਾ ਸਕਦੇ ਸੀ, ਉਹ ਜੜ ਹੋ ਗਏ, ਇੱਕੋ ਜਗ੍ਹਾ ਰੁਕ ਗਏ। ਪਾਂਡੇ ਮਿਰਗ ਆਏ ਤੇ ਪਾਂਡੇ। ਉਸ ਵੇਲੇ ਬਣ ਦੇ ਵਿੱਚੋਂ, ਜੰਗਲ ਦੇ ਵਿੱਚੋਂ ਬਹੁਤ ਸਾਰੇ ਮਿਰਗ, ਹਿਰਨ ਵੀ ਆ ਕੇ ਖੜੇ ਹੋ ਗਏ ਨੇੜੇ। ਔਰ ਮਨ ਦੇ ਵਿੱਚ ਸਾਰਿਆਂ ਦੇ ਬੜਾ ਪ੍ਰੇਮ ਪੈਦਾ ਹੋ ਗਿਆ। ਉਹ ਢਾਡੀ ਜਿਹੜਾ ਸੀ ਨਿੱਤਾ ਪ੍ਰਤੀ ਰਬਾਬ ਵਜਾਉਣ ਵਾਲਾ, ਜਦੋਂ ਭਾਈ ਮਰਦਾਨੇ ਦੇ ਹੱਥਾਂ ਦੇ ਨਾਲ ਵੱਜਦੀ ਰਬਾਬ ਉਹਨੇ ਸੁਣੀ, ਬੜਾ ਹੈਰਾਨ ਹੋਇਆ। ਤੇ ਉਸ ਵੇਲੇ ਸਾਧ ਸੰਗਤ ਜੀ ਉਹਨੂੰ ਆਪਣਾ ਆਪਾ ਭੁੱਲ ਗਿਆ। ਜਦੋਂ ਕੁਝ ਕੁ ਸਮਾਂ ਲੰਘਿਆ, ਫਿਰ ਢਾਡੀ ਨੇ ਬਚਨ ਆਖਿਆ, ਕਹਿੰਦਾ ਭਾਈ ਮਰਦਾਨੇ ਦੁਨੀਆ ਵਿੱਚ ਗੁਣੀ ਗਿਆਨੀ ਤਾਂ ਮੈਂ ਬਹੁਤ ਦੇਖਿਆ, ਰਾਗ ਦੇ ਧਨੀ ਬਹੁਤ ਦੇਖਿਆ, ਪਰ ਤੇਰੇ ਵਰਗਾ ਗੁਣੀ, ਤੇਰੇ ਵਰਗਾ ਰਾਗ ਦਾ ਮਾਹਰ ਹੋਰ ਨਹੀਂ ਕੋਈ ਹੈ। ਮੈਂ ਬਹੁਤ ਇਲਾਕਿਆਂ ਦੇ, ਵੱਖਰੇ ਵੱਖਰੇ ਇਲਾਕਿਆਂ ਦੇ ਢਾਡੀ ਦੇਖੇ ਹਨ, ਪਰ ਇਹੋ ਜਿਹਾ ਜਿਹੜਾ ਵਿਸ਼ੇਸ਼ ਗੁਣ ਰਬਾਬ ਵਜਾਉਣ ਦਾ ਨਾ, ਤੇਰੇ ਵਰਗਾ ਇਹ ਨਹੀਂ ਕਿਸੇ ਵਿੱਚ ਤੱਕਿਆ। ਉਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਭਾਈ ਮਰਦਾਨਾ ਜੀ ਇਹ ਬਚਨ ਆਖੋ। ਕਹਿੰਦੇ ਕਿਹੋ ਜਿਹਾ, ਕਹਿੰਦੇ ਇਹ ਗੁਣ ਨੂੰ ਮਨ ਵਿੱਚ ਮੰਨਿਆ ਹੈ, ਜਿਹੜਾ ਤੈਨੂੰ ਗਾਉਣ ਦਾ ਤੇ ਤਾਰ ਵਜਾਉਣ ਦਾ ਗੁਣ ਅਸੀਂ ਦਿੱਤਾ ਹੈ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਮੇਰੀ ਗੱਲ ਸੁਣੋ। ਆਨਨ ਇੱਕ ਮੇਰੋ, ਮੇਰਾ ਤਾਂ ਇੱਕ ਮੂੰਹ ਹੈ, ਇੱਕ ਮੂੰਹ ਦੇ ਨਾਲ ਮੈਂ ਕਿਵੇਂ ਤੁਹਾਡੀ ਮਹਿਮਾ ਵਰਣਨ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਪੂਰਨ ਪੁਰਖ ਹੋ ਜਾਂ ਆਪ ਖੁਦਾ ਹੀ ਹੋ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੇ ਬਚਨਾਂ ਦੇ ਨਾਲ ਹੀ ਮੈਨੂੰ ਆ ਇੰਨਾ ਵੱਡਾ ਗੁਣ ਪ੍ਰਾਪਤ ਹੋ ਗਿਆ। ਕਿਉਂਕਿ ਭਾਈ ਮਰਦਾਨੇ ਨੂੰ ਕੋਈ ਸਾਜ਼ ਫੜਾ ਕੇ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਗ ਵਿਦਿਆ ਦਿੱਤੀ, ਬਸ ਬਚਨ ਹੀ ਕੀਤਾ ਹੈ ਕਿ ਭਾਈ ਮਰਦਾਨਾ ਅੱਜ ਤੋਂ ਤੈਨੂੰ ਰਾਗ ਵਿਦਿਆ ਬਖਸ਼ੀ, ਤੂੰ ਕੀਰਤਨ ਦਾ ਧਨੀ ਹੋਵੇਂਗਾ। ਸੋ ਭਾਈ ਮਰਦਾਨਾ ਜੀ ਕਹਿੰਦੇ ਤੁਸੀਂ ਖੁਦਾ ਦਾ ਰੂਪ ਹੋ, ਜਿਨ੍ਹਾਂ ਦੇ ਬਚਨ ਕਰਨ ਦੇ ਨਾਲ ਮੈਨੂੰ ਆ ਰਾਗ ਵਿਦਿਆ ਪ੍ਰਾਪਤ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਅੱਜ ਤੱਕ ਗਾਇਆ ਹੀ ਨਹੀਂ ਸੀ ਕਦੇ, ਨਾ ਕਦੇ ਆ ਤਾਰ ਵਜਾਈ ਸੀ, ਰਬਾਬ ਵਜਾਈ ਸੀ।
ਤੇ ਮਹਾਰਾਜ ਤੁਹਾਡੀ ਕਿਰਪਾ ਨਾਲ ਅਚਨਚੇਤ ਹੀ ਮੈਂ ਇਹ ਗੁਣ ਪ੍ਰਾਪਤ ਕਰ ਲਿਆ ਹੈ। ਬੰਦ ਕਰ ਬੰਦਨ ਕੀਨੀ ਬੰਦਨ। ਉਸ ਵੇਲੇ ਹੱਥ ਬੰਨ੍ਹ ਕੇ ਉੱਠਿਆ, ਸਤਿਗੁਰੂ ਨੂੰ ਨਮਸਕਾਰ ਕੀਤੇ। ਦਰਸ਼ਨ ਤ੍ਰੈ ਤਾਪਨ ਬੰਦਨ। ਮਹਾਰਾਜ ਤੁਹਾਡੇ ਦਰਸ਼ਨ ਜਿਹੜੇ ਆ ਨਾ ਤਿੰਨੇ ਪ੍ਰਕਾਰ ਦੇ ਤਾਪਾਂ ਨੂੰ ਖਤਮ ਕਰਨ ਵਾਲੇ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੁੱਖਾਂ ਦੇ ਘਰ ਹੋ ਜਿਵੇਂ ਬਚਨ ਕਰੋਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਉਸੇ ਪ੍ਰਕਾਰ ਸੁੱਖਾਂ ਦੇ ਕਾਰਜ ਜਾਣ ਕੇ ਮੈਂ ਆਪ ਜੀ ਦੇ ਬਚਨ ਮੰਨ ਕੇ ਕਾਰਜ ਕਰਾਂਗਾ। ਸੁਣ ਕੇ ਸਤਿਗੁਰੂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਬੋਲੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨਾ ਤੇਰੇ ਮਨ ਦੇ ਵਿੱਚ ਬਹੁਤ ਰੁਚੀ ਹੈ ਤੇ ਇਸ ਪ੍ਰਕਾਰ ਤੂੰ ਹੁਣ ਰਬਾਬ ਲੈ ਕੇ ਆ। ਭਾਈ ਮਰਦਾਨਾ ਕਹਿੰਦਾ, ਮਹਾਰਾਜ ਜੇ ਰਬਾਬ ਨਾ ਲਿਆਈਏ ਆਪਾਂ ਤੰਬੂਰ ਲੈ ਆਈਏ, ਉਹਦੀ ਆਵਾਜ਼ ਵੀ ਬੜੀ ਸੋਹਣੀ ਨਿਕਲੇਗੀ। ਤੰਬੂਰ ਜਿਹੜਾ ਤੰਬੂਰਾ ਉਹ ਸੁੰਦਰ ਵੀ ਆ ਦੇਖਣ ਨੂੰ ਤੇ ਭਾਰ ਦੇ ਵਿੱਚ ਵੀ ਹੌਲਾ ਹੈ। ਤੇ ਮਹਾਰਾਜ ਮੈਂ ਉਹ ਵਜਾ ਵਜਾ ਕੇ ਫਿਰ ਗਾਇਆ ਕਰਾਂਗਾ। ਸਤਿਗੁਰੂ ਜੀ ਆਪਣੇ ਸੁੰਦਰ ਮੁਖਾਰ ਬਿੰਦ ਤੋਂ ਬੋਲੇ, ਕਹਿੰਦੇ ਸੁਣ ਭਾਈ ਮਰਦਾਨੇ, ਕਹਿੰਦੇ ਇਹ ਜਿਹੜਾ ਸਾਜ਼ ਆ ਨਾ ਇਹ ਸਿੱਧਾ ਸਾਦਾ ਜਾ ਤੇ ਬੜਾ ਸੁੱਖ ਭਰਪੂਰ ਹੈ ਰਬਾਬ। ਹੋਰ ਜੇ ਕੋਈ ਸਾਜ਼ ਆਪਾਂ ਨੂੰ ਮਿਲੇਗਾ ਨਾ ਲੈ ਕੇ ਆਵਾਂਗੇ ਤੇ ਉਹਨੂੰ ਵਜਾਉਣ ਵਾਸਤੇ ਚਤੁਰਾਈ ਬੜੀ ਵਰਤਣੀ ਪੈਂਦੀ ਹੈ। ਤੇ ਜਦੋਂ ਮਨ ਵਿੱਚ ਚਤੁਰਾਈਆਂ ਹੋਣ ਤੇ ਫਿਰ ਵਿਸ਼ੇ ਵਾਸ਼ਨਾਵਾਂ ਪੈਦਾ ਹੁੰਦੀਆਂ ਹਨ। ਉਸ ਵੇਲੇ ਭਾਈ ਮਰਦਾਨੇ ਨੇ ਹੱਥ ਜੋੜ ਕੇ ਸਤ ਬਚਨ ਆਖਿਆ, ਮਹਾਰਾਜ ਠੀਕ ਹੈ, ਜਿਵੇਂ ਆਪ ਜੀ ਦੀ ਰਜਾ ਹੁਕਮ ਹੈ। ਜਿਵੇਂ ਗੁਰੂ ਪਾਤਸ਼ਾਹ ਤੁਹਾਨੂੰ ਭਾਉਂਦਾ ਹੈ ਉਹੀ ਗੱਲ ਚੰਗੀ ਹੈ, ਉਹੀ ਠੀਕ ਹੈ। ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪੱਲੇ ਪੈਸੇ ਨਹੀਂ ਹੈਗੇ, ਆਪ ਜੀ ਮੈਨੂੰ ਇਹਦਾ ਮੁੱਲ ਦਿਓ, ਕੀਮਤ ਦਿਓ, ਪੈਸੇ ਦਿਓ ਤਾਂ ਕਿ ਮੈਂ ਰਬਾਬ ਲੈਣ ਵਾਸਤੇ ਜਾਵਾਂ। ਫਿਰ ਖੋਜ ਕੇ ਲੱਭ ਕੇ ਨਗਰ ਦੇ ਵਿੱਚੋਂ ਸੁਲਤਾਨਪੁਰ ਵਿੱਚੋਂ ਮੈਂ ਰਬਾਬ ਲਿਆਵਾਂਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਤੇਰੇ ਮਨ ਦੀ ਜਿਹੜੀ ਜਾਚਨਾ ਹੈ, ਕਹਿੰਦੇ ਇਹ ਜਿਹੜਾ ਜਾਚਣਾ ਨਾ ਮੰਗਣਾ ਹੈ ਇਹ ਕਹਿੰਦੇ ਚੰਗੀ ਗੱਲ ਨਹੀਂ, ਸਾਰੇ ਜਾਣਦੇ ਆ ਕਿਸੇ ਤੋਂ ਮੰਗਣਾ ਠੀਕ ਨਹੀਂ ਹੁੰਦਾ। ਪਰ ਫਿਰ ਵੀ ਕਹਿੰਦੇ ਜਦੋਂ ਮਨੁੱਖ ਨੂੰ ਚਾਹਨਾ ਪੈਦਾ ਹੁੰਦੀ ਹੈ, ਲੋੜ ਪੈਦਾ ਹੁੰਦੀ ਹੈ ਤੇ ਉਸ ਵੇਲੇ ਮਨੁੱਖ ਮੰਗਦਾ ਹੈ ਤੇ ਜਿਹੜਾ ਮੰਗਣ ਦਾ ਗੁਣ ਆ ਨਾ ਇਹ ਮਨੁੱਖ ਦੀ ਹਾਨੀ ਕਰਵਾਉਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਾਓ ਭੈਣ ਨਾਨਕੀ ਦੇ ਘਰ, ਉਹਨਾਂ ਦੇ ਕੋਲੋਂ ਰਬਾਬ ਦਾ ਮੁੱਲ ਕੀਮਤ ਪੈਸੇ ਲੈ ਲਓ। ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਭੈਣ ਨਾਨਕੀ ਦੇ ਘਰ ਚਲਿਆ ਗਿਆ। ਸਤਿਗੁਰੂ ਬੇਦੀ ਕੁਲ ਦੇ ਧੁਜਾ ਰੂਪ ਨੂੰ ਉੱਥੇ ਬੈਠਿਆਂ ਛੱਡ ਕੇ ਉਸ ਵੇਲੇ ਉਹ ਢਾਡੀ ਜਿਹੜਾ ਭਾਈ ਮਰਦਾਨਾ ਦੇ ਨਾਲ ਆਇਆ ਸੀ ਚੱਲ ਕੇ ਕਹਿਣ ਲੱਗਾ, ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੇ ਰਬਾਬ ਹੀ ਚਾਹੀਦੀ ਹੈ ਤੇ ਆ ਮੇਰੇ ਵਾਲੀ ਰਬਾਬ ਹੀ ਰੱਖ ਲਓ। ਉਸ ਵੇਲੇ ਕਿਰਪਾ ਦੇ ਘਰ ਸਤਿਗੁਰੂ ਜੀ ਬੋਲੇ, ਕਹਿੰਦੇ ਭਾਈ ਤੂੰ ਇੰਨੀ ਭਾਵਨਾ ਨਾਲ ਇੰਨੇ ਪ੍ਰੇਮ ਨਾਲ ਆਖਿਆ, ਬਸ ਕਹਿੰਦੇ ਇਹ ਜਾਣ ਲਾ ਵੀ ਸਾਡੇ ਕੋਲੇ ਪਹੁੰਚ ਗਈ, ਪਰ ਇਹਨੂੰ ਆਪਣੇ ਕੋਲ ਰੱਖ। ਸਤਿਗੁਰ ਸੱਚੇ ਪਾਤਸ਼ਾਹ ਨੇ ਦਇਆ ਦੀ ਦ੍ਰਿਸ਼ਟੀ ਦੇ ਨਾਲ, ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਤੇ ਇਹ ਜਿਹੜਾ ਢਾਡੀ ਸੀ ਇਹਦੀ ਜਿਹੜੀ ਖੋਟੀ ਮੱਤ, ਭੈੜੀ ਮੱਤ ਤੇ ਸਾਰੇ ਪ੍ਰਕਾਰ ਦੇ ਦੁੱਖਾਂ ਦਰਿਦਰਾਂ ਨੂੰ ਦੂਰ ਕਰ ਦਿੱਤਾ ਉਸੇ ਪਲ। ਇਹ ਬੜਾ ਖੁਸ਼ ਹੋਇਆ, ਸਤਿਗੁਰੂ ਜੀ ਨੇ ਬੜਾ ਪ੍ਰਸੰਨ ਹੋ ਕੇ ਇਹਦੇ ਵੱਲ ਤੱਕਿਆ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਭਾਵਨਾ ਕਰਕੇ ਨੇ ਮੱਥਾ ਟੇਕਿਆ ਤੇ ਜਾਣ ਲਿਆ
ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਲੇਖੇ ਤੋਂ ਰਹਿਤ ਹਨ, ਜਿਨ੍ਹਾਂ ਨੇ ਇਹ ਭੇਖ ਧਾਰਨ ਕੀਤਾ ਹੈ। ਪ੍ਰਮਾਤਮਾ ਹਨ ਆਪ। ਗਈ ਸਤਨ ਜਾਏ ਭਾਗਤ ਮਰਦਾਨਾ। ਭੈਣ ਨਾਨਕੀ ਦੇ ਘਰ ਜਾ ਕੇ ਭਾਈ ਮਰਦਾਨਾ ਕਹਿੰਦਾ ਹੈ ਕਿ ਭੈਣ ਨਾਨਕੀ ਜੀ, ਤੁਹਾਡੇ ਭਰਾ ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਸਵਾਲ ਪਾਇਆ ਤੁਹਾਨੂੰ। ਭੈਣ ਨਾਨਕੀ ਸੁਣ ਕੇ ਮਨ ਵਿੱਚ ਬੜੀ ਖੁਸ਼ ਹੋਈ, ਮੇਰੇ ਵੀਰ ਨੇ ਸਵਾਲ ਪਾਇਆ। ਕਹਿਣ ਲੱਗੀ, ਕਹਿੰਦੀ ਅੱਜ ਤਾਂ ਮੈਂ ਆਪਣੇ ਮਨੁੱਖਾ ਜਨਮ ਨੂੰ ਸਫਲਿਆ ਹੋਇਆ ਜਾਣ ਲਿਆ, ਮੇਰੇ ਵੀਰ ਨੇ ਮੈਨੂੰ ਕੋਈ ਸਵਾਲ ਪਾਇਆ। ਮੈਂ ਆਪਣੇ ਧਨ ਭਾਗ ਜਾਣਦੀ ਹਾਂ। ਭਾਈ ਮਰਦਾਨਾ ਨਿਸੰਗ ਹੋ ਕੇ ਜਿਹੜਾ ਸਵਾਲ ਆ ਮੈਨੂੰ ਕਹਿ ਦੇ। ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਨੇ ਵਚਨ ਕੀਤਾ ਹੈ ਕਿ ਮੈਂ ਹੁਣ ਘਰ ਨਹੀਂ ਜਾਣਾ, ਮੈਨੂੰ ਘਰ ਨਹੀਂ ਜਾਣ ਦੇਣਗੇ। ਇਹ ਇੱਛਾ ਕਰਕੇ ਸਤਿਗੁਰੂ ਨੇ ਮੈਨੂੰ ਆਪਣੇ ਕੋਲ ਰੱਖ ਲਿਆ ਹੈ ਤੇ ਹੁਣ ਉਹਨਾਂ ਨੇ ਮੈਨੂੰ ਰਬਾਬ ਖਰੀਦਣ ਵਾਸਤੇ ਭੇਜਿਆ ਹੈ ਤੇ ਇਹ ਆਖਿਆ ਕਿ ਭੈਣ ਕੋਲੋਂ ਇਹਨੂੰ ਖਰੀਦਣ ਵਾਸਤੇ ਜਿਹੜਾ ਮੁੱਲ ਲੱਗੇਗਾ, ਪੈਸਾ ਟਕਾ ਲੱਗੇਗਾ, ਲੈ ਜਾ। ਉਸ ਵੇਲੇ ਭੈਣ ਨਾਨਕੀ ਜੀ ਕਹਿੰਦੇ, ਭਾਈ ਮਰਦਾਨੇ ਤਾਂ ਬਹੁਤ ਚੰਗੀ ਗੱਲ ਹੋਈ ਹੈ। ਜੇ ਤੂੰ ਮੇਰੇ ਭਰਾ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਰਹੇਗਾ, ਮੇਰਾ ਫਿਕਰ ਖਤਮ ਹੋ ਜੂ ਵੀ ਪਤਾ ਨਹੀਂ ਕਿਹੜੇ ਹਾਲ ਵਿੱਚ ਹੋਣਗੇ। ਘੱਟੋ ਘੱਟ ਮੈਨੂੰ ਇਹ ਤਾਂ ਤਸੱਲੀ ਹੋਵੇਗੀ ਨਾ ਕਿ ਭਾਈ ਮਰਦਾਨਾ ਉਹਨਾਂ ਦੇ ਨਾਲ ਹੈ। ਭੈਣ ਨਾਨਕੀ ਖੁਸ਼ ਹੋ ਕੇ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨੇ ਇੱਕ ਰਬਾਬ ਤਾਂ ਕਿੱਡੀ ਕੁ ਵੱਡੀ ਗੱਲ ਹੈ। ਕਹਿੰਦੀ ਮੈਂ ਆਪਣੇ ਵੀਰ ਨੂੰ 100 ਜਿਹੜੀਆਂ ਰਬਾਬਾਂ ਲੈ ਕੇ ਦੇ ਸਕਦੀ ਹਾਂ ਤੇ ਤੁਸੀਂ ਮੇਰੇ ਭਰਾ ਦੇ ਕੋਲੇ ਜਾ ਕੇ ਮੇਰਾ ਇਹ ਇੱਕ ਸੁਨੇਹਾ ਕਹਿ ਦਿਓ, ਪਰ ਇੱਕ ਵਾਰੀ ਕਿਤੇ ਵੀ ਜਾਣ ਤੋਂ ਪਹਿਲਾਂ ਆਪਣਾ ਸੋਹਣਾ ਮੁਖੜਾ ਮੈਨੂੰ ਦਿਖਾ ਜਾਣ, ਦਰਸ਼ਨ ਦੇਣ ਘਰ ਆ ਕੇ। ਇਹ ਸੁਣ ਕੇ ਭਾਈ ਮਰਦਾਨਾ ਜੀ ਵਾਪਸ ਗਏ। ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ, ਭੈਣ ਨਾਨਕੀ ਤੁਹਾਨੂੰ ਚੇਤੇ ਕਰਦੇ ਹਨ। ਉਹਨਾਂ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਭਾਰੀ ਇੱਛਾ ਹੈ ਤੇ ਖੁਸ਼ ਹੋ ਕੇ ਭੈਣ ਨੇ ਆਖਿਆ, ਇੱਕ ਰਬਾਬ ਦੀ ਕਿਹੜੀ ਗੱਲ ਕਰਦੇ ਹੋ, ਮੈਂ ਤਾਂ 100 ਰਬਾਬਾਂ ਲੈ ਦਿਆਂ ਵਾਰ ਦਿਆਂ ਤੁਹਾਡੇ ਤੋਂ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਕਿ ਭੈਣ ਨਾਨਕੀ ਜੀ ਮੇਰੇ ਤੋਂ ਉਮਰ ਵਿੱਚ ਵੱਡੇ ਹਨ, ਉਹਨਾਂ ਦੀ ਆਗਿਆ ਮੈਂ ਕਦੇ ਮੋੜ ਨਹੀਂ ਸਕਦਾ। ਇਉਂ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਭੈਣ ਦੇ ਘਰ ਵੱਲ ਨੂੰ ਚੱਲ ਪਏ। ਸਤਿਗੁਰੂ ਸੱਚੇ ਪਾਤਸ਼ਾਹ ਸਹਿਜੇ ਸਹਿਜੇ ਪੋਲੇ ਪੋਲੇ ਕਦਮ ਪੁੱਟਦੇ ਆ, ਜਿਨ੍ਹਾਂ ਦੀ ਚਾਲ ਬੜੀ ਸੋਹਣੀ ਹੈ। ਜਿਹੜਾ ਵੀ ਸਤਿਗੁਰੂ ਜੀ ਦੇ ਐਸੇ ਚਰਨਾਂ ਦਾ ਧਿਆਨ ਧਰਦਾ, ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਜਾ ਰਹੇ ਹਨ। ਇਹ ਗੁਰੂ ਅੰਗਦ ਦੇਵ ਮਹਾਰਾਜ, ਇਹ ਸਰੋਤਾ ਜਨੋ ਹੈ ਗੁਰੂ ਕੀ ਸੰਗਤ, ਇਹ ਜਿਹੜੀ ਸਾਰੇ ਸੁੱਖਾਂ ਦੇ ਦਾਤੀ ਸਤਿਗੁਰੂ ਜੀ ਦੀ ਕਥਾ ਸਭ ਪ੍ਰਕਾਰ ਦੇ ਸੁੱਖ ਦੇਣ ਵਾਲੀ ਹੈ। ਇਸ ਪ੍ਰਕਾਰ ਭਾਈ ਵਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਕਥਾ ਸੁਣੋ। ਅੱਗੇ ਜਿਵੇਂ ਇਹ ਕਥਾ ਆਵੇਗੀ, ਭਾਈ ਮਰਦਾਨਾ ਜੀ ਰਬਾਬ ਲੈ ਕੇ ਆਉਣਗੇ, ਫਿਰ ਸਤਿਗੁਰੂ ਪਾਤਸ਼ਾਹ ਦਿਆਲੂ ਕਿਰਪਾਲੂ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ ਉਦਾਸੀਆਂ ਦੇ ਉੱਤੇ ਨਿਕਲ ਤੁਰਨਗੇ। ਇਹ ਪ੍ਰਸੰਗ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਤਿਗੁਰੂ ਦੀ ਕਿਰਪਾ ਦੁਆਰਾ ਰਲ ਮਿਲ ਕੇ ਸਾਂਝੇ ਕਰਾਂਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਮਤ ਬਖਸ਼ਣ। ਆਪ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ। ਕਿਰਪਾਲੂ ਸਤਿਗੁਰੂ ਜੀ ਸੇਵਾ ਅਤੇ ਸਿਮਰਨ ਬਖਸ਼ਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ। ਗਾਨਤ ਮਰਦਾਨਾ ਪਇ ਜਾਤੀ